ਧੰਨ ਵਾਹਿਗੁਰੂ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੋ, ਬਿਖਮੋ ਨਦੀ ਜਾਏ ਤਰਨੀ। ਧੰਨ ਵਾਹਿਗੁਰੂ ਜੀ। ਗੌੜੀ ਮਹੱਲਾ ਨੌਵਾਂ। ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੈ, ਅਹਨਿਸ ਮਗਨ ਰਹੈ ਮਾਇਆ ਮੈਂ। ਕਹੋ ਕੈਸੇ ਗੁਣ ਗਾਵੈ, ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੈ, ਅਹਨਿਸ ਮਗਨ ਰਹੈ ਮਾਇਆ ਮੈਂ। ਕਹੋ ਕੈਸੇ ਗੁਣ ਗਾਵੈ ਰਹਾਉ। ਪੂਤ ਮੀਤ ਮਾਇਆ ਮਮਤਾ ਸਿਉ, ਇਹ ਬਿਦ ਆਪ ਬਨਾਵੈ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ, ਇਹ ਜਗ ਦੇਖ ਤਾਸ ਉਠ ਧਾਵੈ। ਪੂਤ ਮੀਤ ਮਾਇਆ ਮਮਤਾ ਸਿਉ, ਇਹ ਬਿਦ ਆਪ ਬੰਧਾਵੈ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ, ਇਹ ਜਗ ਦੇਖ ਤਾਸ ਉਠ ਧਾਵੈ। ਭੁਗਤ ਮੁਕਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ। ਜਨ ਨਾਨਕ ਕੋਟਨ ਮੈਂ ਕੋ, ਭਜਨ ਰਾਮ ਕੋ ਪਾਵੈ। ਭੁਗਤ ਮੁਕਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ। ਜਨ ਨਾਨਕ ਕੋਟਨ ਮੈਂ ਕੋ, ਭਜਨ ਰਾਮ ਕੋ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਬੜੇ ਪ੍ਰੇਮ ਇਕਾਗਰਤਾ ਸਹਿਤ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ
ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਗੁਰਬਾਣੀ ਦੇ ਕੀਰਤਨ ਸ਼ਰਵਣ ਕੀਤੇ ਨੇ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਰਾਗ ਗੌੜੀ ਦੇ ਵਿੱਚ ਹਜ਼ੂਰ ਦਾ ਉਚਾਰਨ ਕੀਤਾ ਹੋਇਆ ਤੀਸਰਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 219 ਉੱਤੇ ਸ਼ਬਦ ਸੁਭਾਇਮਾਨ ਹੈ। ਰਾਗ ਗੌੜੀ ਦੇ ਵਿੱਚ ਕੁੱਲ ਨੌਵੇਂ ਪਾਤਸ਼ਾਹ ਜੀ ਦੇ 9 ਸ਼ਬਦ ਦਰਜ ਹਨ। ਸਤਿਗੁਰੂ ਜੀ ਨੇ ਮਨੁੱਖੀ ਮਨ ਦੀ ਅਵਸਥਾ ਦਾ ਬਿਆਨ ਕਰਦਿਆਂ ਮਨੁੱਖ ਆਪਣਾ ਜੀਵਨ ਪਰਮੇਸ਼ਰ ਦੇ ਅਹਿਸਾਸ ਤੋਂ ਵਾਂਝਿਆ ਹੋ ਕੇ ਕਿਵੇਂ ਦਾ ਬਤੀਤ ਕਰ ਰਿਹਾ ਹੈ, ਇਸ ਦਾ ਦ੍ਰਿਸ਼ ਸਤਿਗੁਰੂ ਜੀ ਨੇ ਆਪਣੇ ਸ਼ਬਦਾਂ ਵਿੱਚ ਬੜੇ ਖੂਬਸੂਰਤ ਅੰਦਾਜ਼ ਵਿੱਚ ਖਿੱਚਿਆ ਹੈ। ਮਨੁੱਖੀ ਜੀਵਨ ਦੇ ਕੋਲ ਮਨ ਦੀ ਬੜੀ ਅਥਾਹ ਸ਼ਕਤੀ ਮੌਜੂਦ ਹੈ, ਕੁਦਰਤ ਦੀ ਦਿੱਤੀ ਹੋਈ, ਕਾਦਰ ਦੀ ਸਿਰਜੀ ਹੋਈ। ਇੱਕ ਸੰਸਾਰ ਅਸੀਂ ਬਾਹਰ ਵੇਖਦੇ ਹਾਂ, ਇੱਕ ਦੁਨੀਆ ਸਾਡੇ ਅੰਦਰ ਵਸੀ ਹੋਈ ਹੈ, ਜਿਸ ਮੁਤਾਬਕ ਅਸੀਂ ਬਾਹਰ ਦੀ ਦੁਨੀਆ ਵਿੱਚ ਵਿਹਾਰ ਕਰਦੇ ਹਾਂ, ਜੀਵਨ ਬਤੀਤ ਕਰਦੇ ਹਾਂ। ਬਾਹਰ ਦੇ ਮੌਸਮ, ਬਾਹਰ ਦੀਆਂ ਘਟਨਾਵਾਂ, ਬਾਹਰ ਸਭ ਕੁਝ ਜੋ ਕੁਝ ਵੀ ਵਾਪਰ ਰਿਹਾ ਹੈ, ਉਸ ਨੂੰ ਅਸੀਂ ਕਿਵੇਂ ਮਹਿਸੂਸ ਕਰਨਾ ਹੈ, ਇਹ ਸਾਡੇ ਮਨ ਦਾ ਸੰਸਾਰ ਤੈਅ ਕਰਦਾ ਹੈ। ਇਸ ਸੰਬੰਧੀ ਮਹਾਰਾਜ ਦੇ ਇੱਕ ਦੋ ਵਾਕ ਆਪ ਜੀ ਦੇ ਨਾਲ ਸਾਂਝੇ ਕਰਦਾ ਹਾਂ। ਗੁਰਬਾਣੀ ਦੇ ਵਿੱਚ ਬਸੰਤ ਰਾਗ ਦਾ ਜ਼ਿਕਰ ਹੈ, ਬਸੰਤ ਰੁੱਤ ਦਾ ਜ਼ਿਕਰ ਹੈ, ਤੇ ਸਤਿਗੁਰੂ ਨੇ ਬਸੰਤ ਰੁੱਤ ਦਾ ਜ਼ਿਕਰ ਕਰਦਿਆਂ ਕਿਹਾ, ਬਾਹਰ ਬਹਾਰ ਹੁੰਦੀ ਹੈ, ਖੇੜਾ ਹੁੰਦਾ ਹੈ, ਬਨਸਪਤੀ ਮੌਲ ਉੱਠਦੀ ਹੈ, ਮੌਸਮ ਬੜਾ ਵਧੀਆ ਹੈ, ਰੁੱਤ ਬੜੀ ਕੀਮਤੀ ਤੇ ਸੁਚੱਜੀ ਹੈ। ਸਾਡੀ ਧਰਤੀ 'ਤੇ ਸਾਹਿਤ ਲਿਖਣ ਵਾਲਿਆਂ ਨੇ, ਕਵੀਆਂ ਨੇ ਖਾਸ ਤੌਰ 'ਤੇ ਬਸੰਤ ਰੁੱਤ ਦੇ ਬਹੁਤ ਸੋਹਲੇ ਗਾਏ ਤੇ ਬੜਾ ਉਸ ਬਾਬਤ ਚੰਗੇ ਚੰਗੇ ਖਿਆਲ ਸ਼ਬਦਾਂ ਵਿੱਚ ਗੁੰਦ ਕੇ ਲੋਕਾਂ ਦੇ ਸਨਮੁਖ ਰੱਖੇ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਆਖਿਆ ਵੀ ਬਾਹਰ ਐਸਾ ਸੋਹਣਾ ਮਾਹੌਲ ਹੈ, ਇਨਵਾਇਰਮੈਂਟ ਹੈ, ਮੌਸਮ ਹੈ, ਰੁੱਤ ਹੈ, ਫਿਰ ਵੀ ਮਨੁੱਖੀ ਮਨ ਦੇ ਅੰਦਰ ਅਜੀਬ ਕਿਸਮ ਦੀ ਉਦਾਸੀ ਹੁੰਦੀ ਹੈ, ਮਾਯੂਸੀ ਹੁੰਦੀ ਹੈ, ਢਹਿੰਦੀ ਕਲਾ ਦਾ ਆਲਮ ਹੁੰਦਾ ਹੈ। ਜਾਨੀ ਕਿ ਬਾਹਰ ਦੀ ਰੁੱਤ ਵਿੱਚ ਵੀ ਜਿੱਥੇ ਪਸ਼ੂ ਪੰਛੀ ਬਨਸਪਤੀ ਖੇੜੇ ਵਿੱਚ ਹੋਵੇ, ਕੋਈ ਜ਼ਰੂਰੀ ਨਹੀਂ ਵੀ ਐਸੀ ਰੁੱਤ ਵਿੱਚ ਤੁਹਾਡੇ ਮਨ ਦੀ ਦਸ਼ਾ ਵੀ ਖੇੜੇ ਵਾਲੀ ਹੋਵੇ। ਉੱਥੇ ਤੁਹਾਡਾ ਮਨ ਢਹਿੰਦੀ ਕਲਾ ਦਾ ਸ਼ਿਕਾਰ ਵੀ ਹੋ ਸਕਦਾ ਹੈ, ਤੇ ਪੱਤਝੜ ਵਰਗੀ ਉਦਾਸੀ ਵੀ ਤੁਹਾਡੇ ਜੀਵਨ ਵਿੱਚ ਵਾਪਰੀ ਹੋਈ ਹੋ ਸਕਦੀ ਹੈ। ਇਹ ਸਭ ਕਿਸ ਦੀ ਦੇਣ ਹੈ? ਤੁਹਾਡੇ ਮਨ ਦੀ। ਇੱਕ ਉਦਾਹਰਣ ਬਾਣੀ ਦੇ ਵਿੱਚ ਠੰਡੀ ਰੁੱਤ ਦੀ ਵੀ ਆਈ। ਬਾਹਰ ਠੰਡੀ ਰੁੱਤ ਹੈ, ਹੋਰ ਬਹੁਤ ਸਾਰੀਆਂ ਠੰਡੀਆਂ ਚੀਜ਼ਾਂ ਨੂੰ ਫਿਜ਼ੀਕਲੀ ਸਰੀਰਕ ਰੂਪ ਵਿੱਚ ਮਨੁੱਖ ਮਾਣਦਾ ਹੈ, ਪਰ ਸਤਿਗੁਰੂ ਕਹਿੰਦੇ ਕੋਈ ਜ਼ਰੂਰੀ ਨਹੀਂ ਵੀ ਸਰੀਰ ਠੰਡ ਨੂੰ ਮਹਿਸੂਸ ਕਰ ਰਿਹਾ। ਬਾਹਰੋਂ ਠੰਡੀਆਂ ਚੀਜ਼ਾਂ ਸਰੀਰ ਨੂੰ ਸਕੂਨ ਦਿੰਦੀਆਂ ਨੇ, ਤੇ ਤੁਹਾਡੇ ਮਨ ਦੀ ਅਵਸਥਾ ਵੀ ਸ਼ਾਂਤ ਹੋਵੇ, ਠੰਡੀ ਠਾਰ ਹੋਵੇ। ਤੁਹਾਡੇ ਅੰਦਰ ਉਸ ਵੇਲੇ ਅੱਗ ਵੀ ਬਲਦੀ ਹੋ ਸਕਦੀ ਹੈ, ਤਪਸ਼ ਵੀ ਹੋ ਸਕਦੀ ਹੈ, ਕਿਉਂਕਿ ਉਹ ਜਿਹੜੀ ਤਪਸ਼ ਹੈ ਉਹ ਤੁਹਾਡਾ ਮਨ ਅਨੁਭਵ ਕਰ ਰਿਹਾ, ਮਨ ਮਹਿਸੂਸ ਕਰ ਰਿਹਾ। ਸਤਿਗੁਰੂ ਮਹਾਰਾਜ ਨੇ ਫਰਮਾਇਆ, ਚੰਦਨ ਚਾਂਦਨ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ, ਕੰਤ ਜਿਨ ਕੇ ਕੰਤ ਦਿਸ਼ਾਪੁਰੀ ਸੇ ਅਹਨਿਸ ਫਿਰੈ ਜਲੰਤ। ਕਿ ਹੁਣ ਸਤਿਗੁਰੂ ਨੇ ਬਾਹਰ ਨਾਲ ਮਨ ਦੀ ਤੁਲਨਾ ਕੀਤੀ ਇਹਨਾਂ ਦੋਵਾਂ ਵਾਕਾਂ ਦੇ ਵਿੱਚ। ਇਹਦਾ ਭਾਵ ਹੈ ਸਾਡੇ ਮਨ ਦਾ ਸੰਸਾਰ, ਸਾਡੇ ਮਨ ਦੀ ਦੁਨੀਆ, ਸਾਡੇ ਮਨ ਦਾ ਉਪਜਾਇਆ ਹੋਇਆ ਖਿਆਲ ਜਿਹੜਾ
ਉਹ ਬਾਹਰ ਨਾਲੋਂ ਸਾਡੇ ਉੱਤੇ ਜ਼ਿਆਦਾ ਇਫੈਕਟਿਵ ਹੁੰਦਾ ਹੈ, ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ। ਜਿਹੜੇ ਖਿਆਲ ਸਾਡੇ ਮਨ ਦੇ ਵਿੱਚ ਪੈਦਾ ਹੋਏ ਨੇ ਅਤੇ ਮਨ ਉਹਨਾਂ ਦੀ ਪਕੜ ਵਿੱਚ ਹੈ, ਉਹੋ ਜਿਹਾ ਇਨਵਾਇਰਮੈਂਟ ਆਪਣੇ ਆਲੇ ਦੁਆਲੇ ਮਨੁੱਖ ਆਪਣੇ ਜੀਵਨ ਵਿੱਚ ਪੈਦਾ ਕਰ ਲੈਂਦਾ। ਮਨ ਦੀ ਬੇਬਹਾ ਤਾਕਤ ਇੱਕ ਸਧਾਰਨ ਜਿਹੇ ਮਨੁੱਖ ਨੂੰ ਬਹੁਤ ਵੱਡਾ ਉਗੜਿਆਰਾ ਅਤੇ ਗੁਨਾਹਗਾਰ ਵੀ ਬਣਾ ਦਿੰਦੀ ਹੈ, ਅਤੇ ਇਸ ਦੇ ਅੰਦਰ ਧਰਮ ਦੇ ਖਿਆਲ ਪੈਦਾ ਕਰਕੇ ਬਹੁਤ ਉੱਚੇ ਆਦਰਸ਼ਾਂ ਅਤੇ ਅਸੂਲਾਂ ਵਾਲੇ ਮਨੁੱਖੀ ਜੀਵਨ ਦੀ ਘਾੜਤ ਵੀ ਕਰ ਦਿੰਦੀ ਹੈ। ਇਸੇ ਲਈ ਆਪਾਂ ਵੇਖਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਭ ਤੋਂ ਵਧੇਰੇ ਸਤਿਗੁਰੂ ਮਹਾਰਾਜ ਨੇ ਮਨ ਨੂੰ ਸੰਬੋਧਨ ਕਰਕੇ ਵਾਕ ਅਤੇ ਬਚਨ ਆਖੇ ਨੇ। ਦਰਅਸਲ ਭਾਵੇਂ ਸਤਿਗੁਰੂ ਨੇ ਬਾਹਰ ਦੇ ਕਈ ਮਸਲਿਆਂ ਦੀ ਚਰਚਾ ਵੀ ਬਾਣੀ ਵਿੱਚ ਕੀਤੀ ਹੈ, ਕਿਉਂਕਿ ਉਹ ਸਾਡੇ ਜੀਵਨ ਨਾਲ ਸੰਬੰਧਿਤ ਨੇ, ਉਹ ਸਾਡੇ ਸਮਾਜ ਨਾਲ ਸੰਬੰਧਿਤ ਨੇ। ਉਹਨਾਂ ਦਾ ਇਫੈਕਟ, ਉਹਨਾਂ ਦਾ ਪ੍ਰਭਾਵ ਸਾਡੇ ਜੀਵਨ ਦੇ ਉੱਤੇ ਪ੍ਰੋਪਰ ਬਰਾਬਰ ਕੰਟੀਨਿਊ ਪੈਂਦਾ ਰਹਿੰਦਾ ਹੈ। ਪਰ ਇਸ ਵਿੱਚ ਸਮਝਣ ਵਾਲੀ ਗੱਲ ਜਿਹੜੀ ਹੈ ਉਹ ਇਹ ਹੈ ਵੀ ਗੁਰੂ ਸਾਹਿਬ ਨੇ ਸਭ ਤੋਂ ਵਧੇਰੇ ਮਨੁੱਖੀ ਮਨ ਦੀ ਚਰਚਾ ਇਸ ਕਰਕੇ ਕੀਤੀ ਹੈ ਵੀ ਸਮਾਜ ਵਿੱਚ ਜੋ ਕੁਝ ਵਾਪਰਦਾ ਉਹ ਵੀ ਤਾਂ ਸਾਡੇ ਮਨ ਦੀ ਉਪਜ ਹੀ ਹੁੰਦਾ ਹੈ ਨਾ। ਅਸੀਂ ਕੁਝ ਬੋਲਦੇ ਹਾਂ, ਜੋ ਚਾਹੁੰਦੇ ਹਾਂ ਉਹ ਸੁਣਦੇ ਹਾਂ, ਜਿਹੋ ਜਿਹਾ ਦੇਖਣਾ ਚਾਹੁੰਦੇ ਹਾਂ ਉਹੋ ਜਿਹਾ ਆਪਣੇ ਆਲੇ ਦੁਆਲੇ ਦੇਖਣ ਵਾਲੀਆਂ ਚੀਜ਼ਾਂ ਲੱਭ ਲੈਂਦੇ ਹਾਂ। ਜੋ ਕਰਮ ਕਰਦੇ ਹਾਂ ਉਹ ਵੀ ਅਸੀਂ ਆਪਣੇ ਸਰੀਰ ਰਾਹੀਂ ਕਰਦੇ ਹਾਂ, ਅਤੇ ਉਹ ਸਾਰਾ ਕੁਝ ਰਲ ਕੇ ਹੀ ਬਾਹਰ ਘਟਨਾਵਾਂ ਨੂੰ ਜਨਮ ਦੇ ਦਿੰਦਾ। ਪਰ ਇਹ ਸਭ ਕੁਝ ਪੈਦਾ ਕਿੱਥੋਂ ਹੋਇਆ? ਇਹਦੀ ਉਪਜ ਕਿੱਥੇ ਹੈ? ਇਹਦੀ ਜ਼ਮੀਨ ਕਿੱਥੇ ਹੈ? ਸਾਡਾ ਮਨ। ਸਤਿਗੁਰੂ ਨੇ ਮਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਵਿਚਾਰਵਾਨਾਂ ਨੇ। ਇੱਕ ਹੈ ਸਾਡਾ ਅਚੇਤ ਮਨ ਅਤੇ ਇੱਕ ਹੈ ਸੁਚੇਤ ਮਨ। ਆਪ ਇੱਥੇ ਬਿਰਾਜਮਾਨ ਹੋ, ਮੈਂ ਬੋਲ ਰਿਹਾ ਹਾਂ, ਤੁਸੀਂ ਸੁਣ ਰਹੇ ਹੋ, ਅਸੀਂ ਕਿੱਥੇ ਹਾਂ ਅਤੇ ਕੀ ਕਰ ਰਹੇ ਹਾਂ। ਇਸ ਵੇਲੇ ਸਾਡਾ ਜਾਗਰਤ ਮਨ ਇਹ ਸਭ ਕੁਝ ਹੰਢਾ ਰਿਹਾ। ਜੋ ਅਸੀਂ ਕਰ ਚੁੱਕੇ ਹਾਂ, ਜੋ ਅਸੀਂ ਵੇਖ ਰਹੇ ਹਾਂ, ਜੋ ਸੁਣ ਰਹੇ ਹਾਂ, ਜਿਹੋ ਜਿਹਾ ਹੰਢਾ ਪੜ੍ਹ ਸੁਣ ਰਹੇ ਹਾਂ, ਜੋ ਕੁਝ ਵੀ ਵਾਪਰ ਰਿਹਾ ਇਹ ਇਕੱਠਾ ਹੋ ਰਿਹਾ, ਸਟੋਰ ਹੋ ਰਿਹਾ ਸਾਡੇ ਸਬ ਕੌਨਸ਼ੀਅਸ ਮਨ ਦੇ ਵਿੱਚ, ਅਚੇਤ ਮਨ ਵਿੱਚ। ਮੈਂ ਪਹਿਲਾਂ ਵੀ ਇੱਕ ਉਦਾਹਰਣ ਦਿੱਤੀ ਸੀ ਵੀ ਕਈ ਮਹੀਨੇ ਪਹਿਲਾਂ, ਸਾਲ ਪਹਿਲਾਂ ਕੋਈ ਘਟਨਾ ਵਾਪਰੀ, ਬੰਦਾ ਤੁਹਾਨੂੰ ਮਿਲਦਾ, 10 ਸਾਲ ਬਾਅਦ ਅੱਜ ਤੁਸੀਂ ਉਹਨੂੰ ਵੇਖਦੇ ਹੋ ਅਤੇ ਤੁਹਾਨੂੰ ਸਾਰੀ ਘਟਨਾ ਚੇਤੇ ਆ ਜਾਂਦੀ ਹੈ। ਉਸ ਬੰਦੇ ਦੇ ਮੱਥੇ 'ਤੇ ਨਹੀਂ ਲਿਖੀ ਹੋਈ, ਉਹ ਤੁਹਾਡੇ ਅੰਦਰ ਪਈ ਹੋਈ ਹੈ, ਤੁਹਾਡੇ ਖਿਆਲ ਵਿੱਚ ਆ ਜਾਂਦੀ ਹੈ ਵੀ ਹਾਂ ਮੈਨੂੰ ਚੇਤਾ ਆ ਗਿਆ। ਉਹ ਸਾਰੀ ਸਟੋਰੇਜ ਤੁਹਾਡੇ ਅੰਦਰ ਹੈ, ਤੁਹਾਡੇ ਅੰਦਰ ਟਿਕੀ ਹੋਈ ਉਹ ਗੱਲ ਸਭ ਕੁਝ ਵੇਖਦਿਆਂ, ਯਾਦ ਸ਼ਕਤੀ 'ਤੇ ਜ਼ੋਰ ਪਾਉਂਦਿਆਂ ਉਸੇ ਵੇਲੇ ਹੀ ਸਾਰੀ ਫਿਲਮ ਵਾਂਗ ਤੁਹਾਡੇ ਅੰਦਰ ਘੁੰਮ ਜਾਂਦੀ ਹੈ। ਇੰਨਾ ਕੁਝ ਮਨੁੱਖ ਆਪਣੇ ਅੰਦਰ ਸਾਂਭੀ ਰੱਖਣ ਦੀ ਤਾਕਤ ਰੱਖਦਾ। ਇਹ ਸਾਰੀਆਂ ਤਾਕਤਾਂ ਮਨੁੱਖੀ ਮਨ ਦੀਆਂ ਨੇ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਮਨ ਨੂੰ ਹੀ ਸਭ ਤੋਂ ਵੱਡਾ ਬੁਰਾਈ ਦਾ ਸੋਮਾ ਵੀ ਕਿਹਾ ਗਿਆ ਅਤੇ ਮਨ ਨੂੰ ਪਰਮੇਸ਼ਰ ਦੀ ਜੋਤ ਦਾ ਅੰਗ, ਉਹਦਾ ਹਿੱਸਾ ਵੀ ਕਿਹਾ ਗਿਆ। 9ਵੇਂ ਗੁਰੂਦੇਵ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਮਝਾਇਆ, ਕਹਿਣ ਲੱਗੇ ਮਨੁੱਖ ਦੇ, ਪ੍ਰਾਣੀ ਸ਼ਬਦ ਦਾ ਅਰਥ ਹੁੰਦਾ ਜਿਹੜਾ ਪ੍ਰਾਣ ਹੰਢਾ ਰਿਹਾ, ਸਾਹ ਲੈ ਰਿਹਾ। ਮਨੁੱਖ, ਪ੍ਰਾਣੀ, ਇਸ ਦੇ ਮਨ ਵਿੱਚ ਪਰਮੇਸ਼ਰ ਦੇ ਹੋਣ ਦਾ ਅਹਿਸਾਸ ਨਹੀਂ ਉਪਜਦਾ। ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ। ਹਰ ਜਸ ਦਾ ਮਤਲਬ ਹੈ ਉਹਦੀ ਸਿਫਤ ਸਲਾਹ, ਉਸ ਦੇ ਗੁਣ, ਉਸ ਦੀ ਵਡਿਆਈ, ਉਸ ਦੀ ਮਹਿਮਾ, ਉਸ ਦਾ ਵੱਡਪਣ। ਵੇਖੋ ਕਿੰਨੀ ਅਜੀਬ ਗੱਲ ਹੈ। ਅਸੀਂ ਸੰਸਾਰ ਵੇਖਦੇ ਹਾਂ, ਸਾਡੇ ਆਪਣੇ ਆਲੇ ਦੁਆਲੇ, ਸਾਡੇ ਆਪਣੇ ਜੀਵਨ 'ਚ ਕਿੰਨਾ ਕੁਝ ਵਾਪਰਦਾ, ਪਰ ਕਦੇ ਖਿਆਲ ਆਉਂਦਾ ਵੀ ਕਮਾਲ ਹੈ, ਸਿਰਜਣਹਾਰ ਨੇ ਕਿੱਡੀ ਵੱਡੀ ਕਮਾਲ ਕੀਤੀ ਹੈ। ਅਚੇਤ ਬੰਦਿਆਂ ਵਾਂਗ ਵੇਖਦੇ ਹਾਂ ਅਤੇ ਵੇਖ ਕੇ ਸਭ ਕੁਝ ਉਵੇਂ ਸਧਾਰਨ ਜਿਹਾ ਸਭ ਕੁਝ। ਗੁਰਬਾਣੀ ਨੂੰ ਉਚਾਰਨ ਕਰਨ ਵਾਲੇ ਮਹਾਨ ਪੁਰਖਾਂ ਦਾ ਚਿੰਤਨ, ਸੋਚ ਇੰਨੀ ਗਹਿਰੀ ਅਤੇ ਡੂੰਘੀ ਹੈ। ਮਹਾਰਾਜ ਜਦੋਂ ਆਪਣੇ ਸਰੀਰ ਦੀ ਵੀ ਗੱਲ ਕਰਦੇ ਨਾ,
ਤਾਂ ਕਹਿੰਦੇ ਨੇ ਕਮਾਲ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਸਰੀਰ ਦਾ ਜਿਹੜਾ ਸਟਰਕਚਰ, ਜਿਹੜਾ ਢਾਂਚਾ ਰਚਿਆ, ਬਾ ਕਮਾਲ ਰਚਨਾ। ਦੇਖੋ ਕਿੰਨੇ ਪ੍ਰਕਾਰ ਦੇ ਰੰਗ, ਕਿੰਨੇ ਪ੍ਰਕਾਰ ਦੇ ਰੂਪ, ਕਿੰਨੇ ਪ੍ਰਕਾਰ ਦੇ ਸੁਭਾਅ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਲੋਕ ਪੜ੍ਹਦੇ ਹਾਂ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਆਮ ਤੌਰ 'ਤੇ ਨਾ ਤੁਸੀਂ ਦੇਖਣਾ, ਆਪਣੇ ਦਾਇਰੇ ਘਰ ਤੋਂ, ਇਲਾਕੇ ਤੋਂ ਬਾਹਰ ਕਿਸੇ ਐਸੀ ਜਗ੍ਹਾ 'ਤੇ ਮਨੁੱਖ ਘੁੰਮਣ ਜਾਵੇ ਅਤੇ ਉੱਥੇ ਜਾ ਕੇ ਉਹ ਵੇਖਦਾ ਹੈ ਬੜਾ ਨੈਚੁਰਲ ਜਿਹਾ ਮਾਹੌਲ ਹੈ, ਪਹਾੜ ਨੇ, ਨਦੀਆਂ ਨੇ, ਹਰਿਆਵਲ ਹੈ, ਸੂਰਜ ਚੜ੍ਹਦਾ ਅਤੇ ਸੂਰਜ ਅਸਤ ਹੁੰਦਾ ਹੋਇਆ, ਪੰਛੀਆਂ ਦੀ ਚਹਿਚਹਾ, ਉਹਦੀ ਉਹ ਤਸਵੀਰ ਕਲਿੱਕ ਕਰਦਾ ਹੈ, ਫੋਟੋ ਲੈਂਦਾ ਹੈ ਅਤੇ ਫਿਰ ਉਹਦੇ ਉੱਤੇ ਬੜੀ ਸੋਹਣੀ ਕੈਪਸ਼ਨ ਵੀ ਲਿਖਦਾ ਵੀ ਕਮਾਲ ਦੀ ਕੁਦਰਤ। ਵੇਖੋ ਕਿੰਨਾ ਸੋਹਣਾ ਮਾਹੌਲ, ਮੈਨੂੰ ਬੜਾ ਚੰਗਾ ਲੱਗਿਆ, ਮਨ ਬੜਾ ਸ਼ਾਂਤ ਹੋਇਆ, ਮਾਈਂਡ ਫਰੈਸ਼ ਹੋਇਆ, ਵਗੈਰਾ ਵਗੈਰਾ। ਪਰ ਕੀ ਕੁਦਰਤ ਉਨੀ ਕੀ ਚੀਜ਼ ਹੈ ਜਿਹੜੀ ਅਸੀਂ ਇੱਕ ਦਿਨ, ਕੁਝ ਪਲ, ਕੁਝ ਘੜੀਆਂ ਵੇਖ ਕੇ ਆਏ? ਸਤਿਗੁਰੂ ਮਹਾਰਾਜ ਕਹਿੰਦੇ ਤੂੰ ਖੁਦ ਹੀ ਕੁਦਰਤ ਵੀ ਹੈ ਅਤੇ ਕੁਦਰਤ ਦਾ ਹਿੱਸਾ ਵੀ ਹੈ। ਕਦੇ ਆਪਣੇ ਆਪ ਵੱਲ ਵੇਖ ਕੇ ਤੂੰ ਆਖਿਆ ਵੀ ਕਮਾਲ ਹੈ, ਕਿੰਨੀ ਕਮਾਲ ਦੀ ਰਚਨਾ ਹੈ। ਆਪਣੇ ਘਰ ਵਿੱਚ ਆਪਣੇ ਪਰਿਵਾਰ ਨੂੰ, ਆਪਣੇ ਬੱਚੇ ਨੂੰ, ਆਪਣੇ ਰਿਸ਼ਤੇਦਾਰ ਨੂੰ, ਆਂਢੀ ਗੁਆਂਢੀ ਨੂੰ ਰੋਜ਼ ਹਵਾ ਵਗਦੀ ਹੈ, ਸੂਰਜ ਚੜ੍ਹਦਾ ਹੈ, ਸੂਰਜ ਅਸਤ ਹੁੰਦਾ ਹੈ, ਤਾਰੇ ਚੜ੍ਹਦੇ ਨੇ, ਚਮਕਦੇ ਨੇ, ਬਾਰਿਸ਼ ਹੁੰਦੀ ਹੈ, ਬੱਦਲ ਆਉਂਦੇ ਨੇ, ਬੀਜ ਬੀਜਦੇ ਹੋ, ਉਹਦੇ ਵਿੱਚੋਂ ਪੌਦਾ ਪੈਦਾ ਹੁੰਦਾ ਹੈ, ਉਹਨੂੰ ਫਲ ਅਤੇ ਫੁੱਲ ਪੈਂਦੇ ਨੇ। ਇਹ ਸਭ ਕੁਝ ਕੁਦਰਤ ਦਾ ਹੀ ਤਾਂ ਹਿੱਸਾ ਹੈ। ਕੁਦਰਤ ਹਰ ਜਗ੍ਹਾ ਦੇ ਉੱਤੇ ਆਪਣਾ ਜਲਵਾ ਬਖੇਰ ਰਹੀ ਹੈ, ਪਰ ਸਾਡੇ ਲਈ ਇਹ ਕਾਮਨ ਗੱਲ ਹੈ। ਅਸੀਂ ਇਸ ਵਿੱਚੋਂ ਉਸ ਮਾਲਕ ਵਾਹਿਗੁਰੂ ਦੀ ਹੋਂਦ ਦਾ ਅਹਿਸਾਸ ਕਦੇ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਸਾਡੇ ਵਾਸਤੇ ਉਹਦਾ ਅਹਿਸਾਸ ਕਰਨਾ ਹੀ ਸਭ ਤੋਂ ਔਖਾ ਵਿਸ਼ਾ ਹੈ, ਸਭ ਤੋਂ ਔਖਾ। ਇੱਕ ਸੱਜਣ ਨੇ ਬੜਾ ਕਮਾਲ ਲਿਖਿਆ, ਕਹਿਣ ਲੱਗੇ ਵੀ ਕਿਸੇ ਬੰਦੇ ਨੂੰ ਬਿਠਾ ਦਿੱਤਾ ਜਾਏ ਕਿ ਤੂੰ ਇੰਨਾ ਸਮਾਂ ਰੱਬ ਰੱਬ ਕਹਿਣਾ, ਹੋ ਸਕਦਾ ਉਹ ਵਿਚਾਰਾ ਮਜਬੂਰੀ 'ਚ ਵੀ ਕਹਿ ਲਵੇ ਅਤੇ ਖੁਸ਼ੀ ਨਾਲ ਵੀ ਕਹਿ ਲਵੇ। ਕਈ ਤਰ੍ਹਾਂ ਦੇ ਲੋਕ ਹੁੰਦੇ ਨੇ, ਪਰ ਜਿਹਦੇ ਅੰਦਰ ਅਹਿਸਾਸ ਹੋ ਗਿਆ ਨਾ ਪਰਮੇਸ਼ਰ ਦੇ ਹੋਣ ਦਾ, ਉਹਦੇ ਲਈ ਗੁਰਬਾਣੀ ਦਾ ਇਹ ਵਾਕ ਸੱਤ ਹੋ ਜਾਏਗਾ, ਹਰ ਹਰ ਅੱਖਰ ਦੋਏ ਇਹ ਮਾਲਾ। ਉਹ ਜਿੱਧਰ ਤੱਕਦਾ ਹੈ, ਜਿੱਧਰ ਵੇਖਦਾ ਹੈ, ਕੋਈ ਵੀ ਚੀਜ਼ ਉਹਨੂੰ ਐਸੀ ਦਿਖਾਈ ਨਹੀਂ ਦਿੰਦੀ ਜਿਹੜੀ ਉਸ ਮਾਲਕ ਵਾਹਿਗੁਰੂ ਦੇ ਜਲਵੇ ਤੋਂ ਵੱਖਰੀ ਹੋਵੇ। ਸਤਿਗੁਰੂ ਨੇ ਬਾਣੀ 'ਚ ਕੀ ਫਰਮਾਇਆ? ਕਹਿਣ ਲੱਗੇ ਖਾਕ ਨੂਰ ਕਰਦਨ ਆਲਮ ਦੁਨੀਆਏ। ਸੰਸਾਰ ਤੇ ਜਹਾਨ ਨੂੰ ਉਹਨੇ ਰੌਸ਼ਨ ਕਰ ਦਿੱਤਾ। ਖਾਕ ਵਿੱਚ, ਮਿੱਟੀ ਵਿੱਚ ਨੂਰ ਭਰਿਆ। ਮੈਂ ਬੋਲ ਰਿਹਾ, ਆਖਰ ਕੌਣ ਸੱਤਾ ਹੈ ਜਿਹੜੀ ਇਸ ਮਿੱਟੀ ਦੇ ਪੁਤਲੇ ਨੂੰ ਬੁਲਾ ਰਹੀ ਹੈ? ਤੁਸੀਂ ਸੁਣ ਰਹੇ ਹੋ, ਆਖਰ ਮੈਂ ਸੁਣ ਕਿਵੇਂ ਰਿਹਾ? ਉਹ ਕਿਹੜੀ ਸੱਤਾ ਹੈ ਜਿਹੜੀ ਇਸ ਸਰੀਰ ਨੂੰ ਸ਼ਬਦਾਂ ਦਾ ਭੰਡਾਰ ਬਖਸ਼ਦੀ ਹੈ, ਸੁਣਨ ਵਾਸਤੇ ਅਤੇ ਚੇਤਨਾ ਦਿੰਦੀ ਹੈ? ਨੂਰ ਪੈਦਾ ਕਰ ਦਿੱਤਾ ਉਸਨੇ। ਇੱਕ ਬੀਜ ਮਿੱਟੀ ਵਿੱਚ ਡਿੱਗਦਾ ਹੈ, ਵਿਸ਼ਾਲ ਦਰਖਤ ਬਣ ਜਾਂਦਾ। ਖਾਕ ਨੂਰ ਕਰਦੰ ਆਲਮ ਦੁਨੀਆਏ। ਅਸਮਾਨ, ਜ਼ਮੀਨ, ਦਰਖਤ, ਆਬ, ਪੈਦਾਇਸ਼ ਖੁਦਾਏ। ਹੁਣ ਜ਼ਰਾ ਸੋਚ ਕੇ ਵੇਖੋ, ਸਤਿਗੁਰੂ ਆਖਦੇ ਨੇ ਵੀ ਅਸੀਂ ਕਈ ਵਾਰ ਨਾ ਇਕੱਲਾ ਮਟੀਰੀਅਲ ਨੂੰ ਹੀ ਕਹਿ ਲੈਂਦੇ ਹਾਂ ਵੀ ਮਟੀਰੀਅਲ ਹੀ ਸਾਰਾ ਕੁਝ ਹੈ, ਪਰ ਮਟੀਰੀਅਲ ਰੂਪ, ਰੰਗ, ਆਕਾਰ, ਢਾਂਚੇ, ਸਟਰਕਚਰ ਤਾਂ ਉਪਜ ਵੀ ਰਹੇ ਨੇ ਅਤੇ ਬਿਨਸ ਵੀ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਭਾਂਤ ਸੁਭਾਂਤੇ। ਪਰ ਉਹ ਕਿਹੜੀ ਚੀਜ਼ ਹੈ ਜਿਹੜੀ ਮਟੀਰੀਅਲ 'ਚ ਜਾਨ ਪਾ ਦਿੰਦੀ ਹੈ, ਉਹਨੂੰ ਪ੍ਰੋਸੈਸ ਵਿੱਚ ਲੈ ਆਉਂਦੀ ਹੈ, ਉਹਨੂੰ ਸਫ਼ਰ ਵਿੱਚ ਲੈ ਆਉਂਦੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਇਹਨੂੰ ਕਹਿੰਦੇ ਨੇ ਵੀ ਜਦੋਂ ਤੁਹਾਡੇ ਅੰਦਰ ਉਸ ਦੇ ਹੋਣ ਦਾ ਅਹਿਸਾਸ ਹੋ ਜਾਏ, ਫਿਰ ਤੁਸੀਂ ਉਹਦੇ ਚਿੰਤਨ ਨਾਲੋਂ ਕਦੇ ਟੁੱਟਦੇ ਨਹੀਂ। ਉਹ ਤੁਹਾਨੂੰ ਕਦੇ ਵਿਸਰਦਾ ਹੀ ਨਹੀਂ, ਉਹ ਤੁਹਾਨੂੰ ਕਦੇ ਭੁੱਲਦਾ ਹੀ ਨਹੀਂ। ਤੁਹਾਡੀ ਦਸ਼ਾ ਉਸ ਮਾਂ ਵਰਗੀ ਹੁੰਦੀ ਹੈ, ਉਸ ਰਿਸ਼ਤੇਦਾਰ ਵਰਗੀ ਹੁੰਦੀ ਹੈ, ਪਰਿਵਾਰਕ ਮੈਂਬਰ ਵਰਗੀ। ਜਿਵੇਂ ਪਰਿਵਾਰ ਦਾ ਕੋਈ ਮੈਂਬਰ ਦੂਰ ਗਿਆ ਹੋਵੇ ਸਾਲਾਂ ਬੱਧੀ, ਮਾਂ
ਘਰ ਦੇ ਵਿੱਚ ਉਸ ਦੀਆਂ ਚੀਜ਼ਾਂ ਵੇਖ ਕੇ ਉਹਨੂੰ ਯਾਦ ਕਰ, ਉਹਨੂੰ ਕੋਈ ਸਮਾਧੀ ਨਹੀਂ ਲਾਉਣੀ ਪੈਂਦੀ। ਉਹ ਕਿਸੇ ਕੋਨੇ 'ਚ ਜਾ ਕੇ ਨਹੀਂ, ਘਰਦਿਆਂ ਨੂੰ ਇਹ ਨਹੀਂ ਕਹਿੰਦੀ ਵੀ ਰੋਟੀ ਤੁਸੀਂ ਪਕਾ ਲਿਓ ਅਤੇ ਖਾ ਲਿਓ, ਮੈਂ ਤਾਂ ਆਪਣੇ ਪੁੱਤਰ ਨੂੰ ਯਾਦ ਕਰਨ ਚੱਲੀ ਹਾਂ, ਮੈਂ ਆਪਣੇ ਪਤੀ ਨੂੰ ਯਾਦ ਕਰਨ ਚੱਲੀ ਹਾਂ, ਮੈਂ ਆਪਣੀ ਧੀ ਨੂੰ ਚੇਤੇ ਕਰਨ ਚੱਲੀ ਹਾਂ। ਉਹ ਜਦੋਂ ਕੋਈ ਗੱਲ ਚੱਲਦੀ ਹੈ ਨਾ ਸੁਭਾਅ ਦੀ, ਫਟ ਉਹਦੀ ਗੱਲ ਵਿੱਚ ਲੈ ਆਉਂਦੀ। ਜਦੋਂ ਘਰ ਦੀਆਂ ਚੀਜ਼ਾਂ ਨੂੰ ਤੱਕਦੀ ਹੈ, ਉਸੇ ਵੇਲੇ ਉਹਦੇ ਅੰਦਰ ਚੇਤਾ ਆ ਜਾਂਦਾ ਵੀ ਉਹਦੀ ਚੀਜ਼ ਹੈ ਅਤੇ ਉਹਨੂੰ ਆਹ ਚੀਜ਼ ਪਸੰਦ ਹੈ। ਹਰ ਗੱਲ ਵਿੱਚ ਉਹਦੇ ਖਿਆਲ 'ਚ ਰਹਿੰਦਾ, ਉਹਦੇ ਚੇਤੇ ਵਿੱਚ ਰਹਿੰਦਾ। ਉਹਨੂੰ ਉਚੇਚ ਨਹੀਂ ਕਰਨਾ ਪੈਂਦਾ ਵੀ ਉਹਨੂੰ ਯਾਦ ਕੀਤਾ ਜਾਏ। ਕਿਉਂ? ਜਿਹੜੀ ਚੀਜ਼ ਨਾਲ ਘਰ ਦਾ ਮੈਂਬਰ ਰਿਲੇਟਡ ਹੁੰਦਾ ਹੈ, ਸੰਬੰਧਿਤ ਹੁੰਦਾ ਹੈ, ਉਸੇ ਚੀਜ਼ ਦਾ ਜ਼ਿਕਰ ਛੱਡਦਿਆਂ ਅਤੇ ਵੇਖਦਿਆਂ ਅਤੇ ਸੁਣਦਿਆਂ ਹੀ ਉਹਦਾ ਖਿਆਲ ਉਹਦੇ ਦਿਮਾਗ 'ਚ ਘੁੰਮ ਜਾਂਦਾ। ਹੁਣ ਜ਼ਰਾ ਚੇਤੇ ਵਿੱਚ ਰੱਖਿਓ, ਇਹੀ ਕਾਰਨ ਹੈ ਵੀ ਬੰਦਾ ਮਹੀਨੇ ਬਾਅਦ ਵੀ ਫੋਨ ਕਰਦਾ ਨਾ ਆਪਣੀ ਮਾਂ ਨੂੰ, ਅਤੇ ਉਹਨੂੰ ਦੱਸਣਾ ਥੋੜ੍ਹੀ ਪੈਂਦਾ ਵੀ ਮੈਂ ਤੇਰਾ ਪੁੱਤ ਬੋਲਦਾ, ਮੈਂ ਤੇਰੀ ਧੀ ਗੱਲ ਕਰ ਰਹੀ ਹਾਂ। ਉਹਨੂੰ ਕੋਈ ਇਹ ਨਹੀਂ ਦੱਸਣਾ ਪੈਂਦਾ ਵੀ ਮੈਂ ਕੌਣ ਹਾਂ। ਉਹ ਆਵਾਜ਼ ਤੋਂ ਪਛਾਣਦੀ, ਆਦਤ ਤੋਂ ਪਛਾਣਦੀ ਹੈ। ਇਹ ਸਾਡੇ ਅੰਦਰ ਚੇਤਾ ਜਿਹੜਾ ਉਤਰ ਗਿਆ, ਖਿਆਲ ਪੈਦਾ ਹੋ ਗਿਆ। ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਦੀ ਯਾਦ ਹੈ, ਉਹਨੂੰ ਚੇਤੇ ਕਰਨ ਵਾਸਤੇ ਜਦੋਂ ਸਾਡੇ ਅੰਦਰ ਗੁਰਬਾਣੀ ਦਾ ਇਹ ਚਿੰਤਨ ਡੂੰਘਾ ਉਤਰ ਜਾਂਦਾ ਹੈ ਕਿ ਸਾਰੀ ਰਚਨਾ ਹੀ ਉਹਦੇ ਤੋਂ ਬਿਨਾਂ ਹੈ ਕੌਣ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਸਾਰੇ ਸ਼ਲੋਕ ਨੂੰ ਜੇ ਧਿਆਨ ਨਾਲ ਪੜ੍ਹੀਏ, ਸਭ ਤੇਰੀ ਕੁਦਰਤ, ਤੂੰ ਕਾਦਿਰ ਕਰਤਾ, ਪਾਕੀ ਨਾਈ ਪਾਕ। ਸਤਿਗੁਰੂ ਆਖਦੇ ਨੇ ਤੂੰ ਮੈਨੂੰ ਭੁੱਲਦਾ ਹੀ ਨਹੀਂ, ਮੇਰੇ ਚਿੰਤਨ ਵਿੱਚ ਰਹਿਣਾ ਤੂੰ ਹਰ ਵੇਲੇ। ਹਰ ਚੀਜ਼ ਮੈਨੂੰ ਤੇਰਾ ਚੇਤਾ ਕਰਾਉਂਦੀ ਹੈ। ਅਤੇ ਐਸੀ ਕਿਹੜੀ ਚੀਜ਼ ਹੈ ਜਿੱਥੇ ਤੂੰ ਨਹੀਂ, ਅਤੇ ਐਸੀ ਕਿਹੜੀ ਵਸਤੂ ਹੈ ਜਿਹਦਾ ਤੂੰ ਸਿਰਜਣਹਾਰਾ ਨਹੀਂ। ਫਿਰ ਤੂੰ ਮੈਨੂੰ ਭੁੱਲ ਕਿਵੇਂ ਸਕਦਾ, ਤੂੰ ਮੈਨੂੰ ਵਿਸਰ ਕਿਵੇਂ ਸਕਦਾ। ਇਬਾਦਤ ਬੰਦਗੀ ਕੰਟੀਨਿਊ ਚੱਲ ਰਹੀ ਹੈ, ਸੁਣ ਕੇ ਵੀ, ਵੇਖ ਕੇ ਵੀ, ਮਹਿਸੂਸ ਕਰਕੇ ਵੀ, ਗੱਲਬਾਤ ਨਾਲ ਵੀ, ਹਰ ਜਗ੍ਹਾ ਦੇ ਉੱਤੇ। ਇਸੇ ਨੂੰ ਤਾਂ ਸਤਿਗੁਰੂ ਨੇ ਕਿਹਾ ਮਨੋ ਅਵਸਥਾ ਨੂੰ ਊਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੈ ਸਦਕਾਮ। ਇਹਨੂੰ ਸਤਿਗੁਰੂ ਕਹਿੰਦੇ ਕੰਟੀਨਿਊ ਚੱਲ ਰਿਹਾ, ਰੁਕਾਵਟ ਹੀ ਨਹੀਂ। ਭਾਵੇਂ ਮੈਂ ਸੁੱਤਾ ਵੀ ਹੋਵਾਂ ਨਾ, ਰੁਕਾਵਟ ਨਹੀਂ। ਸੌਣ ਵਿੱਚ ਵੀ ਰੁਕਾਵਟ ਨਹੀਂ, ਹਾਲਾਂਕਿ ਜ਼ੁਬਾਨ ਬੰਦ ਹੈ। ਜਿਸ ਵੇਲੇ ਬੰਦਾ ਸੌਂ ਜਾਂਦਾ ਅਤੇ ਸਰੀਰ ਜਿਹੜਾ ਹੈ ਉਹ ਰਿਲੈਕਸ ਹੋ ਜਾਂਦਾ, ਸਰੀਰ ਦੇ ਅੰਗ ਹਰਕਤ ਕਰਨੀ ਬੰਦ ਕਰ ਦਿੰਦੇ ਨੇ। ਅਚੇਤ ਮਨ ਉਸ ਵੇਲੇ ਜਾਗ ਰਿਹਾ ਹੁੰਦਾ ਅਤੇ ਸੁਚੇਤ ਮਨ ਉਸ ਵੇਲੇ ਸੌਂ ਰਿਹਾ ਹੁੰਦਾ। ਮਨ ਦਾ ਦੂਜਾ ਹਿੱਸਾ ਕੰਮ ਆ ਗਿਆ। ਹੁਣ ਉੱਥੇ ਕਿਵੇਂ? ਬਾਣੀ ਦੇ ਵਿੱਚ ਇੱਕ ਵਾਕ ਆਉਂਦਾ, ਕਬੀਰ ਸੁਪਨੈ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ, ਤਾਕੇ ਪੱਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਕਿੱਡੀ ਵੱਡੀ ਗੱਲ ਕਹਿ ਦਿੱਤੀ ਭਗਤ ਕਬੀਰ ਸਾਹਿਬ ਨੇ। ਕਹਿੰਦੇ ਮੈਂ ਸਦਕੇ ਹਾਂ, ਅਤੇ ਪ੍ਰਤੀਕ ਉਹਨਾਂ ਨੇ ਕੀ ਵਰਤਿਆ ਸਦਕੇ ਜਾਣ ਦਾ। ਕਹਿੰਦੇ ਮੇਰੇ ਸਰੀਰ ਦੀ ਚਮੜੀ ਦਾ ਜੋੜਾ ਉਹਨਾਂ ਦੇ ਪੈਰਾਂ 'ਚ ਪੈ ਗਿਆ, ਜਿਨ੍ਹਾਂ ਨੂੰ ਸੁਪਨੇ 'ਚ ਬਰਲਾਉਂਦਿਆਂ ਵੀ ਰੱਬ ਚੇਤੇ ਆਉਂਦਾ। ਹੁਣ ਇਹ ਭਾਵ ਕੀ ਹੈ ਇਹਦਾ? ਵੀ ਤੁਸੀਂ ਸਟੋਰ ਕੀਤਾ ਹੋਏਗਾ ਤੇ ਚੇਤੇ ਆਏਗਾ। ਜੇ 24 ਘੰਟੇ ਮਨੁੱਖ ਆਪਣੇ ਅੰਦਰ ਡਰ ਹੀ ਪੈਦਾ ਕਰਦਾ ਰਹਿੰਦਾ ਹੈ, ਅਤੇ ਸੁਪਨਾ ਵੀ ਉਹਨੂੰ ਡਰਾਉਣ ਵਾਲਾ ਹੀ ਆਏਗਾ। ਉਹਦੇ ਅਚੇਤ ਮਨ 'ਚ ਉਹ ਕੁਝ ਜਾਣਾ ਜੋ ਉਹਨੇ ਸੁਚੇਤ ਮਨ ਨਾਲ ਇਕੱਠਾ ਕੀਤਾ। ਜਿਹੜੇ ਵਿਚਾਰ, ਜਿਹੜੀ ਮੈਲ ਅਸੀਂ ਹਰ ਵੇਲੇ ਇਕੱਠੀ ਕਰਦੇ, ਉਹ ਹੀ ਸਟੋਰ ਹੋ ਰਹੀ ਹੈ ਨਾ ਸਾਡੇ ਅੰਦਰ। ਅਤੇ ਫਿਰ ਜੋ ਕੁਝ ਸਟੋਰ ਹੋਇਆ ਉਸੇ ਨੇ ਬਾਰ-ਬਾਰ ਤੁਹਾਡੇ ਕੰਮ ਆਉਣਾ। ਉਹੀ ਚੀਜ਼ ਤੁਸੀਂ ਵਰਤਣੀ ਹੈ, ਉਹਦਾ ਹੀ ਚੇਤਾ ਆਉਣਾ ਹੈ, ਭਾਵੇਂ ਸੁੱਤਿਆਂ ਆ ਜਾਏ ਜਾਂ ਜਾਗਦਿਆਂ ਆ ਜਾਏ। ਤੋ ਇਹ ਬੜੀ ਅਹਿਮ ਗੱਲ ਹੈ ਵੀ ਸਤਿਗੁਰੂ ਆਖਦੇ ਨੇ ਜਿਹਨੂੰ ਬਾਣੀ 'ਚ ਕਹਿੰਦੇ ਨਾ ਰਾਸ ਪੂੰਜੀ ਏਕ। ਇਹ ਸ਼ਬਦ ਬੜਾ ਪਿਆਰਾ ਹੈ। ਅਸੀਂ ਦੁਕਾਨ ਕਰਦੇ ਹਾਂ, ਦੁਕਾਨ ਵਿੱਚ ਪਹਿਲਾਂ ਅਸੀਂ ਰਾਸ ਪਾਉਂਦੇ ਹਾਂ। ਰਾਸ ਦਾ ਮਤਲਬ ਹੁੰਦਾ ਕੋਲੋਂ ਇਨਵੈਸਟਮੈਂਟ ਕਰਦੇ ਹਾਂ, ਪੈਸੇ ਖਰਚੇ, ਸਮਾਨ ਲਿਆਂਦਾ, ਦੁਕਾਨ ਵਿੱਚ ਰੱਖਿਆ, ਉਸ ਨੂੰ ਅਸੀਂ ਫਿਰ ਗਾਹਕ ਨੂੰ, ਕਸਟਮਰ ਨੂੰ ਵੇਚਿਆ।
ਵੇਚਣ ਤੋਂ ਬਾਅਦ ਉਹਦਾ ਖਰਚਾ ਕੱਢ ਕੇ ਜਿਹੜਾ ਪ੍ਰੋਫਿਟ ਹੋਇਆ ਉਹ ਆ ਪੂੰਜੀ। ਰਾਸ ਤੋਂ ਬਿਨਾਂ ਕਿਸੇ ਨੂੰ ਪੂੰਜੀ ਮਿਲਦੀ ਹੈ? ਦੁਕਾਨ ਪਾਈ ਨਹੀਂ, ਸੌਦਾ ਲਿਆਂਦਾ ਨਹੀਂ, ਪੈਸਾ ਖਰਚਿਆ ਨਹੀਂ, ਸਮਾਂ ਦਿੱਤਾ ਨਹੀਂ, ਤੇ ਬੰਦਾ ਸੜਕ ਦੇ ਕਿਨਾਰੇ ਖਲੋ ਕੇ ਆ ਕੇ ਮੈਨੂੰ ਦੁਕਾਨ 'ਚ ਘਾਟਾ ਬੜਾ ਪੈ ਗਿਆ। ਕੋਈ ਪੁੱਛੇ ਵੀ ਦੁਕਾਨ ਹੈ ਕਿੱਥੇ, ਕਹੇਗਾ ਜੀ ਅਜੇ ਤਾਂ ਬਣਾਈ ਨਹੀਂ। ਸਮਾਨ ਕਿੱਥੇ ਹੈ, ਉਹ ਵੀ ਨਹੀਂ ਲਿਆਂਦਾ। ਵੇਚਿਆ ਕਿਹਨੂੰ ਹੈ, ਕੋਈ ਕਸਟਮਰ। ਜਦੋਂ ਸਮਾਨ ਤੇ ਦੁਕਾਨ ਹੀ ਨਹੀਂ ਤੇ ਵੇਚਣਾ ਕਿਹਨੂੰ ਸੀ? ਸਾਡੀ ਮਨੋ ਅਵਸਥਾ ਉਹ ਹੈ ਕੁਝ ਵੀ ਨਹੀਂ, ਪਰ ਅਸੀਂ ਕਹਿੰਦੇ ਬੜਾ ਘੱਟ ਹੈ, ਚੇਤਾ ਹੀ ਨਹੀਂ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਰਾਸ ਪੂੰਜੀ ਏਕ। ਭਾਵ ਨੂੰ ਸਮਝੀਏ ਇਹਦੇ ਪਿੱਛੇ। ਰਾਸ ਕੀ ਹੈ? ਵੀ ਅਸੀਂ ਆਪਣੀ ਅੱਖ ਨੂੰ ਵੇਖਣ ਦਾ ਦ੍ਰਿਸ਼ਟੀਕੋਣ ਕੀ ਦਿੱਤਾ ਹੈ, ਸੁਣਿਆ ਕੀ ਹੈ ਹੁਣ ਤੱਕ, ਪੜ੍ਹਿਆ ਕੀ ਹੈ, ਸੋਚਿਆ ਕੀ ਹੈ, ਸੰਗਤ ਕਿਹੋ ਜਿਹੀ ਕੀਤੀ, ਇਹ ਸਾਰੀ ਰਾਸ ਹੈ। ਇਹ ਤੁਹਾਡੇ ਅੰਦਰ ਜਮ੍ਹਾਂ ਹੋਣੀ ਹੈ। ਇਸੇ ਚੀਜ਼ ਵਿੱਚੋਂ ਹੀ ਇਸੇ ਚੀਜ਼ ਨੇ ਵੱਧ ਕੇ ਇਨਵੈਸਟਮੈਂਟ ਹੋਣੀ ਹੈ, ਤੇ ਫਿਰ ਉਸ ਤੋਂ ਬਾਅਦ ਹੀ ਤੁਹਾਨੂੰ ਇਹਦਾ ਫਲ ਪ੍ਰਾਪਤ ਹੋਣਾ ਹੈ। ਬੀਜ ਤੋਂ ਬਿਨਾਂ ਦਰਖਤ ਕਿਵੇਂ ਪੈਦਾ ਹੋ ਜਾਏਗਾ? ਜਦੋਂ ਹਜ਼ੂਰ ਬਾਣੀ 'ਚ ਕਹਿੰਦੇ ਨਾ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਤੂੰ ਬੀਜ ਕੀ ਬੀਜਦਾ? ਤੇਰਾ ਚੇਤਾ ਚਿੰਤਨ ਕਿਹੋ ਜਿਹਾ, ਸੋਚ ਵਿਚਾਰ ਕਿਹੋ ਜਿਹੀ, ਥਾਟ ਪ੍ਰੋਸੈਸ ਕਿਹੋ ਜਿਹਾ? ਜਿਹੜਾ ਬਾਣੀ ਵਿੱਚ ਆਉਂਦਾ ਨਾ ਸ਼ਬਦ ਵਿਚਾਰ, ਇਸ ਦਾ ਭਾਵ ਇਕੱਲਾ ਕਥਾ ਕਰਨੀ ਨਹੀਂ ਹੈ ਵੀ ਮੈਂ ਸ਼ਬਦ ਵਿਚਾਰ ਕਰ ਰਿਹਾ ਹਾਂ। ਸ਼ਬਦ ਵਿਚਾਰ ਦਾ ਮਤਲਬ ਹੈ ਤੇਰਾ ਥਾਟ ਪ੍ਰੋਸੈਸ ਕੀ ਹੈ, ਕਿਹੋ ਜਿਹੇ ਵਿਚਾਰਾਂ ਦਾ ਪ੍ਰੋਸੈਸ ਤੂੰ ਆਪਣੀ ਲਾਈਫ ਵਿੱਚ ਕਰ ਰਿਹਾ। ਜੇ ਤਾਂ ਗੁਰੂ ਦੇ ਉਪਦੇਸ਼ ਦਾ ਪ੍ਰੋਸੈਸ ਹੋ ਰਿਹਾ ਹੈ, ਤੇਰੀ ਘਾੜਤ ਵੀ ਉਹੋ ਜਿਹੀ ਹੋਏਗੀ। ਤੇ ਜੇ ਮਾੜੇ ਖਿਆਲਾਂ ਦਾ ਹੀ ਪ੍ਰੋਸੈਸ ਹੋ ਰਿਹਾ ਕਿ ਸੋਚਣਾ ਵੀ ਮਾੜਾ ਹੈ, ਤੇ ਫਿਰ ਉਹਨੂੰ ਹੀ ਪ੍ਰੈਕਟਿਸ ਵਿੱਚ ਲਿਆਉਣਾ ਹੈ, ਤੇ ਜੀਵਨ ਉਹੋ ਜਿਹਾ ਹੀ, ਜੀਵਨ ਦਾ ਸਟਰਕਚਰ ਵੀ ਉਹੋ ਜਿਹਾ ਬਣੇਗਾ। ਸਤਿਗੁਰੂ ਸੱਚੇ ਪਾਤਸ਼ਾਹ ਇਸੇ ਆਧਾਰ 'ਤੇ ਗੁਰਮੁਖ ਅਤੇ ਮਨਮੁਖ ਦੀ ਬਾਣੀ ਦੇ ਵਿੱਚ ਉਪਾਧੀ ਦਿੰਦੇ ਨੇ। ਇਹ ਸ਼ਬਦ ਵੀ ਇਸੇ ਪ੍ਰਥਾਏ ਵਰਤੇ ਨੇ। ਇਹ ਕੋਈ ਇਕੱਲਾ ਫਿਜ਼ੀਕਲੀ ਨਹੀਂ ਹੈ। ਜੇ ਮੈਂ ਅੱਗੇ ਬਿਨੈ ਕੀਤੀ ਸੀ ਵੀ ਜੋ ਸਾਡੇ ਨਾਲ ਸਹਿਮਤ ਹੋਵੇ ਨਾ, ਉਹ ਤਾਂ ਸਾਡੇ ਲਈ ਹੁੰਦਾ ਗੁਰਮੁਖ। ਜਿਹੜਾ ਸਾਡੇ ਨਾਲ ਸਹਿਮਤ ਨਹੀਂ, ਜੇ ਸਾਨੂੰ ਚੰਗਾ ਨਾ ਲੱਗੇ, ਅਸੀਂ ਉਹਨੂੰ ਮਨਮੁਖ, ਸਾਕਤ ਵਗੈਰਾ ਸਾਰੇ ਸ਼ਬਦ ਉਹਨੂੰ ਹੀ ਦੇ ਦਿੰਦੇ ਹਾਂ। ਗੁਰਬਾਣੀ ਵਿੱਚ ਐਸਾ ਨਹੀਂ ਹੈ। ਸਤਿਗੁਰੂ ਨੇ ਬੜਾ ਸਪਸ਼ਟ ਕੀਤਾ ਹੈ, ਪੁੰਨੀ ਪਾਪੀ ਆਖਣ ਨਾ ਹੈ। ਇਹ ਇਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਵੀ ਕਿਸੇ ਨੂੰ ਪਾਪੀ ਕਹਿ ਦਿਓ, ਕਿਸੇ ਨੂੰ ਪੁੰਨੀ ਕਹਿ ਦਿਓ, ਤੇ ਤੁਸੀਂ ਦੋ ਹਿੱਸੇ ਜਿਹੇ ਬਣਾ ਕੇ ਚੰਗੇ ਚੰਗੇ ਸ਼ਬਦ ਆਪ ਰੱਖ ਲਓ ਤੇ ਮਾੜੇ ਦੂਜਿਆਂ ਨੂੰ ਦੇ ਦਿਓ। ਸਾਰੇ ਪਾਸੇ ਮਜ਼ਹਬਾਂ 'ਚ ਇਹੀ ਚੱਲ ਰਿਹਾ ਹੈ। ਕਾਜ਼ੀ ਸਾਹਿਬ ਕਹਿੰਦੇ ਸਨ ਇਹ ਬੰਦਾ ਕਾਫਰ ਹੈ। ਉਹਨਾਂ ਨੇ ਗੈਰ ਮੁਸਲਮਾਨ ਨੂੰ ਵੀ ਕਾਫਰ ਆਖਿਆ, ਤੇ ਜਿਹੜੇ ਇਸਲਾਮ ਦੇ ਵਿੱਚ ਪੈਦਾ ਹੋ ਕੇ ਕੁਰਾਨ ਪੜ੍ਹਦੇ ਸਨ, ਹਜ਼ਰਤ ਸਾਹਿਬ 'ਤੇ ਈਮਾਨ ਰੱਖਦੇ ਸਨ, ਇੱਕ ਖੁਦਾ ਨੂੰ ਮੰਨਦੇ ਸਨ, ਜਦੋਂ ਉਹਨਾਂ ਦੇ ਨਾਲ ਉਹਦੀ ਵਿਆਖਿਆ ਮੇਲ ਨਾ ਖਾਧੀ, ਉਹਨੂੰ ਕਾਜ਼ੀ ਨੂੰ ਉਹ ਨਾ ਚੰਗੇ ਲੱਗੇ, ਉਹਨੇ ਉਹ ਵੀ ਸੂਲੀ ਚਾੜ੍ਹ ਛੱਡੇ। ਕਿਸੇ ਪੁੱਛਿਆ ਇਹ ਕੀ ਕੀਤਾ? ਕਹਿਣ ਲੱਗਿਆ ਤਾਂ ਕਾਫਰ ਸੀ। ਆਖਿਆ ਤਾਂ ਮੁਸਲਮਾਨਾਂ ਦੇ ਘਰੇ ਪੈਦਾ ਹੋਇਆ, ਇਹਨੇ ਤਾਂ ਕਲਮਾ ਵੀ ਪੜ੍ਹਿਆ, ਇਹ ਮੁਸਲਮਾਨ ਸੀ, ਇਹ ਹਜ਼ਰਤ ਸਾਹਿਬ 'ਤੇ ਯਕੀਨ ਰੱਖਦਾ ਸੀ, ਅੱਲਾਹ ਤਾਲਾ ਨੂੰ ਮੰਨਦਾ ਸੀ, ਪਾਕ ਕੁਰਾਨ ਪੜ੍ਹਦਾ ਸੀ, ਇਹ ਕਿਵੇਂ ਕਾਫਰ ਹੋ ਗਿਆ? ਕਹਿਣ ਲੱਗੇ ਇਹਦੇ ਅੰਦਰ ਕੁਫਰ ਪੈਦਾ ਹੋ ਗਿਆ ਸੀ। ਕਲਮੇ ਪੜ੍ਹਨ ਤੋਂ ਬਾਅਦ ਵੀ ਇਹਦੇ ਅੰਦਰ ਕੁਫਰ ਹੈ। ਉਹ ਹੁਣ ਕਾਜ਼ੀ ਨੇ ਡਿਸਾਈਡ ਕਰ ਲਿਆ ਨਾ ਵੀ ਇਹ ਕਾਫਰ ਹੈ, ਹਜ਼ਰਤ ਸਾਹਿਬ ਨੇ ਤਾਂ ਡਿਸਾਈਡ ਨਹੀਂ ਕੀਤਾ। ਐਸੀ ਕੋਈ ਵੀ ਉਦਾਹਰਣ ਨਹੀਂ ਮਿਲਦੀ ਕਿ ਮੁਹੰਮਦ ਸਾਹਿਬ ਨੇ ਆਪਣੇ ਜੀਵਨ ਵਿੱਚ ਕਿਸੇ ਬੱਚੇ ਨੂੰ ਫਤਵਾ ਸੁਣਾਇਆ ਹੋਏ, ਕਿਸੇ ਬਜ਼ੁਰਗ ਨੂੰ ਫਤਵਾ ਦਿੱਤਾ ਹੋਏ, ਕਿਸੇ ਔਰਤ ਨੂੰ ਫਤਵਾ ਦਿੱਤਾ ਹੋਏ, ਕਿਸੇ ਨੂੰ ਪੱਥਰ ਮਰਵਾਏ ਹੋਣ, ਕਿਸੇ ਨੂੰ ਸੂਲੀ ਚਾੜ੍ਹਿਆ ਹੋਏ, ਕਿਸੇ ਦੇ ਹੱਥ ਪੈਰ ਕੱਟੇ ਹੋਣ। ਪਰ ਵੇਖੋ, ਹਜ਼ਰਤ ਸਾਹਿਬ ਦੇ ਨਾਂ ਦੇ ਉੱਤੇ ਕਾਜ਼ੀ ਸਾਹਿਬ ਸਾਰਾ ਕੁਝ ਹੀ ਕਰ ਗਏ, ਸਾਰਾ ਕੁਝ ਹੀ। ਜਿਹੜੇ ਇਸ ਹੱਕ ਵਿੱਚ ਹੀ ਨਹੀਂ ਸਨ, ਉਹਦੇ ਨਾਂ ਦੇ ਉੱਤੇ ਸਾਰਾ ਕੁਝ ਹੀ ਹੋ ਗਿਆ। ਇਵੇਂ ਵੀ ਬੇਅਦਬੀ ਕੀਤੀ ਜਾਂਦੀ ਹੈ ਮਹਾਨ ਸਤਿਪੁਰਖਾਂ ਦੀ। ਜਿਹੋ ਜਿਹੇ ਉਹ ਹੈ ਨਹੀਂ, ਉਹਨਾਂ ਦੇ ਨਾਂ 'ਤੇ ਸਭ ਕੁਝ ਕਰੀ ਜਾਓ, ਅਤੇ ਨਾ ਉਹਨਾਂ ਦਾ ਲਾ ਦੇਵੇ। ਅਸੀਂ ਤਾਂ ਉਹਨਾਂ ਦਾ ਮਾਣ ਸਨਮਾਨ ਬਹਾਲ ਰੱਖਣ ਲਈ ਕਰ ਰਹੇ ਹਾਂ, ਅਸੀਂ ਤਾਂ ਉਹਨਾਂ ਦੇ ਮਜ਼ਹਬ ਦੀ ਖਾਤਰ ਕਰ ਰਹੇ ਹਾਂ, ਉਹਨਾਂ ਦੇ ਧਰਮ ਦੀ ਖਾਤਰ ਕਰ ਰਹੇ ਹਾਂ। ਧਰਮ ਹੈ ਹੀ ਕਿੱਥੇ?
ਧਰਮ ਤੇ ਉਦੋਂ ਹੀ ਮੁੱਕ ਗਿਆ ਸੀ ਜਦੋਂ ਅੰਦਰ ਖਿਆਲ ਆ ਗਿਆ ਵੀ ਇਹ ਬੰਦਾ ਮੇਰੇ ਵਰਗਾ ਨਹੀਂ, ਇਹ ਦਿਸਣਾ ਹੀ ਨਹੀਂ ਚਾਹੀਦਾ। ਧਰਮ ਤੇ ਉਦੋਂ ਹੀ ਮਰ ਗਿਆ। ਖੁਦਾ ਦੀ ਹੋਣ ਤੋਂ ਤਾਂ ਬੰਦਾ ਉਦੋਂ ਹੀ ਮੁਨਕਰ ਹੋ ਗਿਆ। ਅੱਲਾ ਨਾਲੋਂ ਤੇ ਉਦੋਂ ਹੀ ਸਾਂਝ ਟੁੱਟ ਗਈ। ਹਜ਼ਰਤ ਸਾਹਿਬ ਦੇ ਰਸਤੇ ਤੋਂ ਤਾਂ ਉਦੋਂ ਹੀ ਭਟਕ ਗਿਆ। ਮੈਂ ਇੱਕ ਸ਼ਬਦ ਪੜ੍ਹਿਆ, ਇੱਕ ਵਾਕ ਹਜ਼ਰਤ ਮੁਹੰਮਦ ਸਾਹਿਬ ਬਾਬਤ। ਉਹ ਕਹਿੰਦੇ ਨੇ, ਉਹ ਰੋਜ਼ ਜਿਸ ਵੇਲੇ ਇੱਕ ਗਲੀ ਵਿੱਚ ਦੀ ਗੁਜ਼ਰਿਆ ਕਰਦੇ, ਰਾਹ ਨਗਰ ਦਾ ਜਿਹੜਾ ਸੀ, ਇੱਕ ਮਾਈ ਉਸੇ ਵੇਲੇ ਆ ਕੇ ਝਾੜੂ ਦੇਣ ਲੱਗ ਪੈਂਦੀ। ਕਈ ਖਿਝ ਹੁੰਦੀ ਹੈ ਨਾ ਕਿਸੇ ਤਰੀਕੇ ਨਾਲ ਬੰਦੇ ਨੇ ਕੱਢਣੀ ਹੁੰਦੀ ਹੈ। ਉਹ ਜ਼ੋਰ ਜ਼ੋਰ ਦੀ ਝਾੜੂ ਦਿੰਦੀ, ਖੇ ਉਡਾਉਂਦੀ ਅਤੇ ਹਜ਼ਰਤ ਸਾਹਿਬ ਦੇ ਕੱਪੜਿਆਂ 'ਤੇ ਪਾ ਦਿੰਦੀ। ਕਈ ਵਾਰ ਕੌੜਾ ਕਸੈਲਾ ਵੀ ਬੋਲਦੀ, ਆਨੇ ਬਹਾਨੇ ਨਾਲ, ਜਿਸ ਤਰ੍ਹਾਂ ਬੰਦੇ ਦਾ ਸੁਭਾਅ ਹੁੰਦਾ ਵੀ ਗੱਲੀ ਬਾਤੀਆਂ ਵੀ ਲਾ ਕੇ ਗੱਲ ਕਹੀ ਜਾਣੀ। ਇੱਕ ਦਿਨ ਹਜ਼ਰਤ ਸਾਹਿਬ ਗੁਜ਼ਰੇ ਅਤੇ ਮਾਤਾ ਜੀ ਦਿਸੇ ਹੀ ਨਾ। ਦੂਜੇ ਦਿਨ ਆਏ, ਤੀਜੇ ਦਿਨ ਆਏ। ਇੱਕ ਦੋ ਦਿਨ ਬਾਅਦ ਉਹਨਾਂ ਦੇਖਿਆ ਵੀ ਨਾ ਝਾੜੂ ਦੇਣ ਮਾਤਾ ਬਾਹਰ ਆਈ ਹੈ, ਨਾ ਉਹ ਕਿਧਰੇ ਦਿਸੀ ਹੈ। ਉਹਦੇ ਘਰ ਵਿੱਚ ਚਲੇ ਗਏ। ਜਾ ਕੇ ਉਸ ਮਾਤਾ ਨੂੰ ਕਹਿਣ ਲੱਗੇ, ਮਾਤਾ ਜੀ ਠੀਕ ਹੋ? ਉਹਨੇ ਹਾਂ 'ਚ ਸਿਰੇ ਲਾਇਆ ਵੀ ਹਾਂ ਠੀਕ ਹਾਂ। ਕਹਿੰਦੇ ਵੇਖ ਲਓ, ਜੇ ਬਿਮਾਰ ਹੋ ਤਾਂ ਮੈਂ ਕੋਈ ਦਵਾ ਦਾਰੂ ਲਿਆ ਦਿਆਂ। ਕਹਿਣ ਲੱਗੀ ਨਹੀਂ ਮੈਂ ਠੀਕ ਹਾਂ। ਕੋਈ ਕੰਮ ਜ਼ਿਆਦਾ ਹੈ ਘਰ ਦਾ ਕਰਨ ਵਾਲਾ, ਮੈਂ ਮਦਦ ਕਰਾਂ? ਕਹਿਣ ਲੱਗੀ ਨਹੀਂ, ਕੋਈ ਐਸਾ ਕੰਮ ਨਹੀਂ ਹੈ ਜਿਹਦੇ ਲਈ ਤੁਹਾਡੀ ਮਦਦ ਦੀ ਲੋੜ ਪਵੇ। ਕੋਈ ਹੋਰ ਮਜਬੂਰੀ ਹੈ? ਕਹਿਣ ਲੱਗੀ ਨਹੀਂ। ਕਿਸੇ ਤੁਹਾਨੂੰ ਕੁਝ ਕਿਹਾ, ਕੋਈ ਡਰਾਇਆ ਹੋਵੇ, ਕੁਝ ਐਸੀ ਗੱਲ ਹੋਵੇ? ਕਹਿਣ ਲੱਗੀ ਨਹੀਂ। ਮਾਂ ਪੁੱਛਦੀ, ਕਹਿਣ ਲੱਗੀ ਤੁਸੀਂ ਪੁੱਛਦੇ ਕਿਉਂ? ਕੀ ਲੈਣ ਆਏ ਹੋ ਮੇਰੇ ਘਰ? ਕਹਿਣ ਲੱਗੇ ਮਾਤਾ ਰੋਜ਼ ਜਿਸ ਵੇਲੇ ਗੁਜ਼ਰਦਾ ਤੁਸੀਂ ਮੈਨੂੰ ਮਿਲਦੇ ਹੋ। 2-4 ਦਿਨ ਤੋਂ ਤੁਸੀਂ ਦਿਸੇ ਨਹੀਂ ਅਤੇ ਮੈਨੂੰ ਫਿਕਰ ਹੋਈ ਵੀ ਮਾਤਾ ਨੇ ਝਾੜੂ ਨਹੀਂ ਦਿੱਤਾ। ਇਹ ਨਹੀਂ ਆਖਿਆ ਵੀ ਤੁਸੀਂ ਮੇਰੇ 'ਤੇ ਖੇਹ ਪਾਉਂਦੇ ਸੀ, ਗਾਲਾਂ ਕੱਢਦੇ ਸੀ, ਮੰਦਾ ਚੰਗਾ ਬੋਲਦੇ ਸੀ। ਕਹਿਣ ਲੱਗੇ ਮੈਨੂੰ ਫਿਕਰ ਹੋਈ ਵੀ ਦਿਸੇ ਨਹੀਂ। ਅਤੇ ਜਦੋਂ ਕੋਈ ਆਪਣਾ ਦਿਸੇ ਨਾ, ਬੰਦੇ ਨੂੰ ਥੋੜ੍ਹੀ ਜਿਹੀ ਫਿਕਰ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਕੀ ਗੱਲ ਹੈ। ਮੈਂ ਤਾਂ ਪੁੱਛਣ ਆਇਆ ਵੀ ਠੀਕ ਹੋ, ਕੰਮ ਜ਼ਿਆਦਾ ਹੈ, ਕੋਈ ਗੱਲ ਹੈ? ਕਹਿਣ ਲੱਗੀ ਨਹੀਂ। ਹਜ਼ਰਤ ਸਾਹਿਬ ਤੁਰਨ ਲੱਗੇ ਅਤੇ ਮਾਈ ਨੇ ਉਹਨਾਂ ਨੂੰ ਆਵਾਜ਼ ਦੇ ਕੇ ਰੋਕਿਆ। ਅਰਬੀ ਦੇ ਵਿੱਚ ਕਲਮਾ ਪੜ੍ਹ ਛੱਡਿਆ ਮਾਂ ਨੇ ਹਜ਼ਰਤ ਸਾਹਿਬ ਦੇ ਸਾਹਮਣੇ, ਅਸ਼ਹਦੁ ਇਨ ਅੱਲਾਹ ਮੁਹੰਮਦ ਰਸੂਲ ਅੱਲਾਹ। ਜਿਹੜਾ ਇਹ ਕਲਮਾ ਪੜ੍ਹ ਲੈ, ਇਸ ਤਰ੍ਹਾਂ ਇਕਬਾਲ ਕਰਦਾ ਹੈ ਵੀ ਮੈਂ ਅੱਜ ਤੋਂ ਬਾਅਦ ਅੱਲਾ 'ਤੇ ਯਕੀਨ ਕਰਦਾ ਅਤੇ ਹਜ਼ਰਤ ਸਾਹਿਬ ਨੂੰ ਰਸੂਲ ਮੰਨਦਾ। ਗਾਲ ਨਹੀਂ ਸੀ ਦਿੱਤੀ ਹਜ਼ਰਤ ਸਾਹਿਬ ਨੇ, ਪੁੱਛਣ ਹੀ ਗਏ। ਮਾਈ ਨੇ ਕਲਮਾ ਕਿਉਂ ਪੜ੍ਹਿਆ, ਇਹ ਗੱਲ ਸਮਝਣ ਵਾਲੀ ਹੈ। ਉਹਨੇ ਜਿਸ ਹਜ਼ਰਤ ਨੂੰ ਦਿਨ ਰਾਤ ਗਾਲਾਂ ਕੱਢੀਆਂ ਸਨ, ਉਹਦੀ ਆਲੋਚਨਾ ਕੀਤੀ ਸੀ, ਝਾੜੂ ਦੇ ਕੇ ਉਸ ਉੱਤੇ ਖੇਹ ਪਾਉਣ ਦਾ ਯਤਨ ਕਰਦੀ ਰਹੀ, ਉਸ ਨੂੰ ਅੱਜ ਪਤਾ ਚੱਲਿਆ ਸੀ ਵੀ ਹਜ਼ਰਤ ਕੀ ਹੈ। ਉਹਨੇ ਸਰੀਰ ਤੋਂ ਪਾਰ ਤੱਕ ਲਿਆ ਸੀ ਉਸ ਨੂੰ। ਉਹਦੇ ਵਾਸਤੇ ਪਹਿਲਾਂ ਇੱਕ ਸਰੀਰ ਹੀ ਸਾਰਾ ਕੁਝ ਸੀ ਵੀ ਮੈਨੂੰ ਇਹ ਬੰਦਾ ਚੰਗਾ ਨਹੀਂ ਲੱਗਦਾ। ਅੱਜ ਉਸਨੇ ਆਖਿਆ ਕਮਾਲ ਹੈ, ਇੰਨਾ ਠਹਿਰਾ, ਇੰਨਾ ਸਹਿਜ, ਇੰਨੀ ਨਿਰਛਲਤਾ, ਇੰਨਾ ਨਿਸ਼ਕਪਟ ਸੁਭਾਅ, ਇੰਨੀ ਨਿਰਵੈਰ ਭਾਵਨਾ। ਚੇਤੇ ਵਿੱਚ ਰੱਖਿਓ, ਇਸ ਚੀਜ਼ ਨੇ ਮਾਈ ਦੇ ਅੰਦਰ ਜ਼ੋਰ ਪਾਇਆ ਵੀ ਮੈਂ ਗਲਤ ਹਾਂ, ਮੈਂ ਕੁਕਰਮ ਕੀਤਾ, ਮੈਂ ਪਾਪ ਕੀਤਾ। ਐਸੀ ਮਹਾਨ ਸ਼ਖਸੀਅਤ ਬਾਰੇ ਮੈਂ ਇਹ ਸੋਚਦੀ ਹਾਂ। ਹਜ਼ਰਤ ਸਾਹਿਬ ਨੇ ਉਹਨੂੰ ਕਿਹਾ ਨਹੀਂ ਵੀ ਕਲਮਾ ਪੜ੍ਹ, ਉਹਨੂੰ ਕਲਮਾ ਪੜ੍ਹ ਲਿਆ। ਇਬਾਦਤ ਹੀ ਉਹ ਕਲਮਾ ਹੁੰਦਾ ਹੈ ਜਿਹੜਾ ਇਵੇਂ, ਜਿਹੜੇ ਕਾਜ਼ੀ ਪੜ੍ਹਾਉਂਦੇ ਸਨ ਤਲਵਾਰਾਂ ਨਾਲ, ਉਹ ਕਲਮੇ ਥੋੜ੍ਹਾ ਸੀ। ਉਹ ਤਾਂ ਬੰਦਾ ਕੰਪਰੋਮਾਈਜ਼ ਕਰ ਵੀ ਜਾਂਦਾ ਸੀ, ਜਿਹੜਾ ਨਹੀਂ ਸੀ ਕਰਦਾ ਉਹਨੂੰ ਅਗਲੇ ਕਤਲ ਵੀ ਕਰ ਦਿੰਦੇ ਸਨ। ਇਹ ਮੈਂ ਉਦਾਹਰਣ ਦੇ ਰਿਹਾ। ਇਹ ਪ੍ਰੋਬਲਮ, ਇਹ ਰੋਗ, ਇਹ ਡਿਜ਼ੀਜ਼ ਹਰ ਥਾਂ 'ਤੇ ਹੈ, ਹਰ ਮਜ਼ਹਬ ਦੇ ਵਿੱਚ ਹੈ, ਹਰ ਜਗ੍ਹਾ ਦੇ ਉੱਤੇ ਮੌਜੂਦ ਹੈ। ਇਹ ਡਿਜ਼ੀਜ਼ ਕਿਸੇ ਧਰਮ ਗ੍ਰੰਥ ਨੇ ਨਹੀਂ ਦਿੱਤੀ, ਇਹ ਬੰਦੇ ਦੇ ਅੰਦਰ ਹੈ। ਉਹ ਇਹਨੂੰ ਜਿੱਥੇ ਵੀ ਲੈ ਕੇ ਜਾਏਗਾ ਇਹੋ ਕੁਝ ਹੀ ਕਰੇਗਾ ਜੋ ਕਾਜ਼ੀ ਨੇ ਕੀਤਾ। ਭਾਈ ਵੀ ਇਹੋ ਕੁਝ ਕਰ ਸਕਦਾ ਹੈ, ਪਾਦਰੀ ਵੀ ਕਰ ਸਕਦਾ ਹੈ, ਮੁੱਲਾ ਵੀ ਕਰ ਸਕਦਾ ਹੈ, ਪੰਡਿਤ ਵੀ ਕਰ ਸਕਦਾ ਹੈ, ਕੋਈ ਵੀ ਕਰ ਸਕਦਾ ਹੈ, ਭਿਕਸ਼ੂ ਵੀ ਕਰ ਸਕਦਾ ਹੈ। ਜਿੱਥੇ ਜਿੱਥੇ ਵੀ ਇਸ ਪ੍ਰੋਬਲਮ ਨੇ ਜਨਮ ਲਿਆ,
ਉੱਥੇ ਉੱਥੇ ਹੀ ਇਹ ਸਾਰਾ ਕੁਝ ਸੰਸਾਰ ਵਿੱਚ ਵਾਪਰਿਆ। ਅਤੇ ਭੁਲੇਖੇ 'ਚ ਭੁੱਲੇ ਹੋਏ ਬੰਦੇ ਕਹਿ ਦਿੰਦੇ ਨੇ ਧਰਮ ਬੰਦੇ ਦਾ ਬੜਾ ਨੁਕਸਾਨ ਕਰਦਾ। ਵੇਖੋ ਧਰਮਾਂ ਨੇ ਕਿੰਨੀ ਲੜਾਈ ਪਾਈ। ਨਹੀਂ, ਧਰਮ ਨੇ ਨਹੀਂ ਪਾਈ, ਧਰਮ ਦੇ ਨਾਂ 'ਤੇ ਪਾਈ ਗਈ। ਜਿਵੇਂ ਜ਼ਾਤ ਦੇ ਨਾਂ 'ਤੇ ਪੈਂਦੀ ਹੈ। ਮਾਂ ਬੱਚੇ ਨੂੰ ਜਨਮ ਦੇ ਕੇ ਜਦੋਂ ਇਹ ਦੱਸਦੀ ਹੈ ਵੀ ਪੁੱਤ ਆਪਣੀ ਬਰਾਦਰੀ ਇਹ ਹੈ, ਅਤੇ ਉਹ ਇਹ ਥੋੜ੍ਹਾ ਕਹਿੰਦੀ ਵੀ ਇਸ ਬਰਾਦਰੀ ਦੇ ਨਾਂ 'ਤੇ ਤੂੰ ਬੰਦੇ ਮਾਰਨੇ ਨੇ ਵੱਡੇ ਹੋ ਕੇ। ਉਹਨੂੰ ਪਾਣ ਚਾੜ ਦਿੱਤੀ ਜਾਂਦੀ ਹੈ। ਤੇਰੀ ਬਰਾਦਰੀ ਦੀ ਇੱਜ਼ਤ ਤਾਂ ਰਹਿੰਦੀ ਹੈ ਜੇ ਤੂੰ ਦੂਜੇ ਨੂੰ ਗਾਲਾਂ ਕੱਢੇ ਅਤੇ ਦੂਜੇ ਨੂੰ ਨੀਚ ਅਤੇ ਨੀਵਾਂ ਕਹੇ, ਜਾਂ ਉਹਨੂੰ ਦੱਸਿਆ ਜਾਂਦਾ ਵੀ ਤੂੰ ਸਿਰ ਝੁਕਾ ਕੇ ਜੀਣਾ ਕਿਉਂਕਿ ਤੇਰੀ ਬਰਾਦਰੀ ਛੋਟੀ ਹੈ। ਇਹ ਕੌਣ ਦਿੰਦਾ? ਬੰਦੇ ਦੇ ਅੰਦਰ ਦੂਜੇ ਨਾਲ ਜਿਹੜਾ ਦਵੈਸ਼ ਹੈ, ਜਿਹੜੀ ਈਰਖ ਹੈ, ਉਹਨੂੰ ਅਸੀਂ ਕਿਸੇ ਨਾ ਕਿਸੇ ਨਾਂ ਦੇ ਉੱਤੇ ਬਾਹਰ ਕੱਢਦੇ ਹਾਂ। ਭਾਵੇਂ ਧਰਮ ਦਾ ਨਾਂ ਵਰਤ ਲਈਏ, ਬੋਲੀ ਦਾ ਨਾਂ ਵਰਤ ਲਈਏ, ਭਾਸ਼ਾ ਦਾ ਵਰਤ ਲਈਏ, ਪਹਿਰਾਵੇ ਦਾ ਵਰਤ ਲਈਏ, ਖਾਣ ਪੀਣ ਦਾ ਵਰਤ ਲਈਏ, ਮਜ਼ਹਬ ਦਾ ਵਰਤ ਲਈਏ, ਬਰਾਦਰੀ ਦਾ ਕੋਈ ਵੀ। ਸੱਚਾਈ ਤਾਂ ਇਹ ਹੈ ਵੀ ਸਾਡੇ ਸਭਨਾਂ ਦੇ ਵਿੱਚ ਡਿਜ਼ੀਜ਼ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਸੇ ਨੂੰ ਹੀ ਰੋਕਦੇ ਨੇ ਵੀ ਜੇ ਤੂੰ ਸੱਚਮੁੱਚ ਰੱਬ ਵਾਲਾ ਹੈ ਤੇ ਪ੍ਰਵਾਨ ਕਰ ਵੀ ਉਹਦੀ ਕੁਦਰਤ ਵਿੱਚ ਤੇਰੇ ਤੋਂ ਵਿਰੋਧੀ ਵੀ ਰਹਿ ਸਕਦੇ ਨੇ। ਜੇ ਸਮੁੰਦਰਾਂ ਦੀ ਗਹਿਰਾਈ 'ਚ ਜਵਾਲਾਮੁਖੀ ਫੁੱਟਣ ਦੀ ਸੰਭਾਵਨਾ ਉਹਨੇ ਰੱਖੀ, ਦੋ ਵਿਰੋਧੀ ਤੱਤ ਇੱਕ ਜਗ੍ਹਾ 'ਤੇ ਇਕੱਠੇ ਕੀਤੇ ਨੇ, ਤੂੰ ਕੌਣ ਹੁੰਦਾ ਕੁਦਰਤ ਦੇ ਦੂਜੇ ਹਿੱਸੇ ਨੂੰ ਅਪ੍ਰਵਾਨ ਕਰਨ ਵਾਲਾ, ਨਕਾਰਨ ਵਾਲਾ। ਹਜ਼ੂਰ ਮਹਾਰਾਜ ਨੇ ਇਸੇ ਨੂੰ ਧਰਮ ਕਿਹਾ। ਸਤਿਗੁਰੂ ਕਹਿੰਦੇ ਨੇ ਜਿਹਨੂੰ ਇਵੇਂ ਚੇਤੇ ਵਿੱਚ ਆ ਜਾਏ ਉਹਨੂੰ ਕਦੇ ਭੁਲਾਉਂਦਾ ਨਹੀਂ। ਪਰ ਇੱਥੇ ਦਸ਼ਾ ਕੀ ਹੈ? ਪ੍ਰਾਨੀ ਕਉ ਹਰ ਜਸ ਮਨ ਨਹੀਂ ਆਵੈ, ਅਹਨਿਸ ਮਗਨ ਰਹਿ ਮਾਇਆ ਮੈਂ। ਮਾਇਆ ਸ਼ਬਦ ਦੇ ਕਈ ਅਰਥ ਨੇ ਬਾਣੀ 'ਚ। ਮਾਇਆ ਦਾ ਅਰਥ ਮਾਂ ਤੋਂ ਵੀ ਹੈ, ਮਾਇਆ ਦਾ ਅਰਥ ਪ੍ਰਕਿਰਤੀ ਤੋਂ ਵੀ ਹੈ, ਕੁਦਰਤੀ ਰਚਨਾ ਤੋਂ। ਅਤੇ ਮਾਇਆ ਦਾ ਅਰਥ ਜਿਹੜਾ ਉਹ ਧਨ ਪਦਾਰਥ ਸੰਪਦਾ ਵੀ ਹੈ, ਅਤੇ ਮਾਇਆ ਦਾ ਅਰਥ ਅਗਿਆਨਤਾ ਵੀ ਹੈ, ਭਰਮ ਅਤੇ ਅਗਿਆਨ। ਇੱਥੇ ਸਤਿਗੁਰੂ ਮਹਾਰਾਜ ਦਾ ਇਸ ਮਾਇਆ ਸ਼ਬਦ ਤੋਂ ਭਾਵ ਹੈ ਅਵਿਦਿਆ ਵਿੱਚ, ਆਪਣੇ ਅੰਦਰ ਦੀ ਅਗਿਆਨਤਾ ਵਿੱਚ ਹਰ ਵੇਲੇ ਮਗਨ ਹੈ, ਅਗਿਆਨਤਾ ਦੀ ਜ਼ਿੰਦਗੀ ਹੰਢਾ ਰਿਹਾ ਹੈ, ਬੇਸਮਝ ਹੈ ਅੰਦਰੋਂ, ਚਿੰਤਨ ਨਹੀਂ ਇਹਦੇ ਅੰਦਰ। ਸਤਿਗੁਰੂ ਕਹਿੰਦੇ ਅਹਨਿਸ ਮਗਨ ਰਹਿ ਮਾਇਆ ਮੈਂ, ਕਹੋ ਕੈਸੇ ਗੁਣ ਗਾਵੇ। ਜਦੋਂ ਇਹ ਅਗਿਆਨਤਾ ਦੇ ਦਾਇਰੇ 'ਚੋਂ, ਖੋਲ 'ਚੋਂ ਬਾਹਰ ਹੀ ਨਹੀਂ ਆ ਰਿਹਾ, ਦੱਸੋ ਕਿਵੇਂ ਪਰਮੇਸ਼ਰ ਦੇ ਗੁਣਾਂ ਨਾਲ ਜੁੜੇ, ਕਿਵੇਂ ਉਹਦੀ ਵਡਿਆਈ ਦਾ ਜਲਵਾ ਤੱਕੇ, ਕਿਵੇਂ ਉਹਦੇ ਜ਼ਹੂਰ ਨੂੰ ਤੱਕੇ। ਸਤਿਗੁਰੂ ਅੱਗੇ ਫਰਮਾਉਂਦੇ ਨੇ ਪੂਤ ਮੀਤ ਮਾਇਆ ਮਮਤਾ ਸਿਉ ਇਹ ਵਿਦਾਪ ਬੰਧਾਵੇ। ਹੁਣ ਇੱਥੇ ਸਤਿਗੁਰੂ ਨੇ ਬਾਹਰੀ ਚੀਜ਼ਾਂ ਜਿਨ੍ਹਾਂ ਦੇ ਆਧਾਰ ਉੱਤੇ ਮਨੁੱਖ ਭੁੱਲਦਾ ਹੈ, ਹੁਣ ਉਹਨਾਂ ਨੂੰ ਮਾਇਆ ਦੀ ਸੰਗਿਆ ਦਿੱਤੀ। ਸਤਿਗੁਰੂ ਕਹਿੰਦੇ ਪੁੱਤਰ ਹੈ, ਮਿੱਤਰ ਹੈ, ਹੋਰ ਧਨ ਪਦਾਰਥ ਨੇ, ਸੰਪਦਾ ਹੈ। ਫੋਰ ਐਗਜ਼ੈਂਪਲ ਸਤਿਗੁਰੂ ਨੇ ਗੱਲ ਕੀਤੀ, ਕੋਈ ਜ਼ਰੂਰੀ ਨਹੀਂ ਪੁੱਤਰ ਨੂੰ ਵੇਖ ਕੇ ਬੰਦਾ ਰੱਬ ਭੁੱਲੇ, ਕੋਈ ਇਹ ਵੀ ਜ਼ਰੂਰੀ ਨਹੀਂ ਧਨ ਸੰਪਦਾ ਆਏ ਅਤੇ ਰੱਬ ਵਿਸਰ ਜਾਏ, ਕੋਈ ਜ਼ਰੂਰੀ ਨਹੀਂ ਹੈ। ਪਰ ਇਹ ਫੋਰ ਐਗਜ਼ੈਂਪਲ ਹੈ ਵੀ ਕੋਈ ਵੀ ਚੀਜ਼, ਰਿਸ਼ਤੇ ਹੋਣ ਅਤੇ ਚਾਹੇ ਦੌਲਤ ਸ਼ੌਹਰਤ ਹੋਵੇ, ਕੋਈ ਵੀ ਚੀਜ਼ ਜਿਹੜੀ ਹੈ ਨਾ, ਕਈ ਵਾਰ ਸਤਿਗੁਰੂ ਆਖਦੇ ਨੇ ਇਹਨਾਂ ਦੀ ਮਮਤਾ ਵਿੱਚ, ਇਹਨਾਂ ਦੇ ਮੋਹ ਵਿੱਚ, ਇਹਨਾਂ ਦੀ ਮੁਹੱਬਤ ਵਿੱਚ ਇੰਨਾ ਡੂੰਘਾ ਡਿੱਗ ਪੈਂਦਾ ਅਤੇ ਆਪਣੇ ਆਪ ਨੂੰ ਸਤਿਗੁਰੂ ਕਹਿੰਦੇ ਨੇ ਵਿਕਾਰ ਕਰਨ ਦੇ ਰਾਹ ਦੇ ਉੱਤੇ ਤੋਰ ਕੇ ਵਿਕਾਰਾਂ 'ਚ ਬੰਨ੍ਹ ਲੈਂਦਾ, ਵਿਸ਼ਿਆਂ ਵਿੱਚ ਬੰਨ੍ਹ ਲੈ। ਇਹਨੂੰ ਪਤਾ ਹੁੰਦਾ ਹੈ। ਹੁਣ ਮਨੁੱਖ ਕਿਰਤ ਕਰਦਾ ਹੈ, ਆਪਣੀ ਕਿਰਤ ਕਰਦਾ ਹੈ, ਪਰਿਵਾਰ ਨੂੰ ਪਾਲਦਾ, ਇਹਦਾ ਫਰਜ਼ ਹੈ, ਡਿਊਟੀ ਹੈ ਅਤੇ ਕਰਮ ਹੈ। ਇੱਕ ਬੰਦਾ ਸੋਚਦਾ ਹੈ ਮੇਰਾ ਭਰਾ ਥੋੜ੍ਹਾ ਅਨਪੜ੍ਹ ਹੈ, ਮੇਰੇ 'ਤੇ ਡਿਪੈਂਡ ਹੈ, ਜੇ ਮੈਂ ਧੋਖਾ ਕਰਕੇ ਥੋੜ੍ਹੀ ਜਿਹੀ ਉਹਦੀ ਜਾਇਦਾਦ ਵੀ ਆਪਣੇ ਨਾਲ ਲਾ ਲਵਾਂ ਅਤੇ ਮੈਂ ਉਹਦੇ ਨਾਲੋਂ ਜ਼ਿਆਦਾ ਅਮੀਰ ਹੋ ਜਾਵਾਂ। ਹੁਣ ਉਸ ਵੇਲੇ ਪਤਾ ਉਹਦੇ ਦਿਮਾਗ 'ਚ ਕੀ ਚੱਲ ਰਿਹਾ, ਭਰਾ ਨਾਲ ਤਾਂ ਬੇਈਮਾਨੀ ਕਰਦਾ, ਉਸ ਵੇਲੇ ਚੱਲ ਰਿਹਾ ਵੀ ਮੇਰਾ ਪੁੱਤਰ ਥੋੜ੍ਹਾ ਸੌਖਾ ਰਹੇਗਾ, ਉਹਨੂੰ ਥੋੜ੍ਹੀ ਦੌਲਤ ਵੱਧ ਮਿਲ ਜਾਏਗੀ ਅਤੇ ਥੋੜ੍ਹਾ ਜਿਹਾ ਉਹ ਅਮੀਰ ਹੋ ਜਾਏਗਾ। ਧੋਖਾ ਕਿਹਦੇ ਨਾਲ ਕਰ ਰਿਹਾ ਅਤੇ ਕਰ ਕਿਹਦੇ ਲਈ ਰਿਹਾ? ਕਿਸੇ ਪਾਸੇ ਦਾ ਤਾਂ ਮੋਹ ਹੈ ਨਾ ਜਿਹੜਾ ਮਜਬੂਰ ਕਰਦਾ, ਕਿਸੇ ਪਾਸੇ ਦੀ ਤਾਂ ਖਿੱਚ ਹੈ ਨਾ ਜਿਹੜੀ ਪਾਪ ਕਰਨ ਲਈ ਉਕਸਾ ਰਹੀ ਹੈ। ਬੰਦਾ ਸੋਚਦਾ ਮੈਂ ਖਾ ਲਵਾਂ, ਮੈਂ ਤਕੜਾ ਰਵਾਂ, ਦੂਜਾ ਭੁੱਖਾ ਮਰਦਾ, ਕੋਈ ਤਾਂ ਖਿੱਚ ਹੈ। ਉਸੇ ਨੂੰ ਸਤਿਗੁਰੂ ਨੇ ਮੋਹ ਕਿਹਾ ਅਤੇ ਬੱਝ ਕਾਹਦੇ 'ਚ ਰਿਹਾ? ਔਗਣ ਕਮਾ ਕੇ ਵਿਕਾਰਾਂ ਵਿੱਚ ਆਪਣੇ ਆਪ ਨੂੰ ਬੰਨ੍ਹੀ ਤੁਰਿਆ ਜਾ ਰਿਹਾ, ਇੱਕ ਕੈਦਖਾਨੇ ਵਿੱਚ ਡਿੱਗਦਾ ਜਾ ਰਿਹਾ। ਸਤਿਗੁਰੂ ਆਖਦੇ ਨੇ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ,
ਉਸ ਵੇਲੇ ਐਸਾ ਕਰਦਿਆਂ ਇਹ ਭੁੱਲ ਜਾਂਦਾ ਹੈ ਵੀ ਹਿਰਨ ਦੀ ਪਿਆਸ ਵਰਗਾ ਹੈ ਸੰਸਾਰ। ਮਾਰੂਥਲ ਦੇ ਵਿੱਚ ਨਾ ਸੂਰਜ ਜਿਸ ਵੇਲੇ ਚਮਕਦਾ ਹੈ ਅਤੇ ਉਹਦੀ ਰੌਸ਼ਨੀ ਪੈਂਦੀ ਹੈ, ਕਿਰਨਾਂ, ਪਿਆਸਾ ਹਿਰਨ ਮੂੰਹ ਚੁੱਕ ਕੇ ਵੇਖਦਾ, ਦੂਰ ਉਹਨੂੰ ਪਾਣੀ ਨਜ਼ਰ ਆਉਂਦਾ ਤਾਂ ਦੌੜਦਾ। ਜਿੰਨਾ ਉਹ ਦੌੜਦਾ ਜਾਂਦਾ ਹੈ ਓਨਾ ਹੀ ਉਹਨੂੰ ਪਾਣੀ ਹੋਰ ਦੂਰ ਨਜ਼ਰ ਆਉਂਦਾ। ਸੈਂਕੜੇ ਮੀਲਾਂ ਦੇ ਵਿੱਚ ਫੈਲਿਆ ਹੋਇਆ ਮਾਰੂਥਲ ਪਾਣੀ ਦਰਅਸਲ ਕਿਤੇ ਵੀ ਨਹੀਂ ਸੀ। ਰੇਤ ਦੇ ਕਣ ਲਿਸ਼ਕਦੇ ਸਨ, ਉਹਨੂੰ ਲੱਗਿਆ ਪਾਣੀ ਦਾ ਤਲਾਅ ਹੈ ਜਾਂ ਨਦੀ ਵਗ ਰਹੀ ਹੈ। ਉਹ ਇੱਕ ਭੁਲੇਖੇ ਵਿੱਚ ਹੀ ਦੌੜਿਆ ਜਾ ਰਿਹਾ ਸੀ। ਦਮ ਟੁੱਟਦਾ ਤੇ ਡਿੱਗ ਪੈਂਦਾ, ਜਾਨ ਨਿਕਲ ਜਾਂਦੀ ਹੈ। ਜੋ ਹੈ ਹੀ ਨਹੀਂ ਉਹ ਦਿਸ ਰਿਹਾ, ਅਤੇ ਜੋ ਭੁਲੇਖਾ ਪੈ ਰਿਹਾ ਦਿਸਣ ਦਾ, ਉਹਦੇ ਚੱਕਰ ਦੇ ਵਿੱਚ ਹੀ ਜਾਨ ਗਵਾ ਰਿਹਾ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਮਨੁੱਖ ਹੈ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ, ਦੇਖ ਤਾਸ ਉਠਤਾਵੈ। ਹਜ਼ੂਰ ਕਹਿੰਦੇ ਨੇ ਕਈ ਵਾਰ ਹੁੰਦਾ ਕੱਖ ਵੀ ਨਹੀਂ, ਸੁੱਖ ਚਾਹੁੰਦਾ ਹੈ ਨਾ, ਉਹਦੇ ਲਈ ਬੇਈਮਾਨੀ ਕਰਦਾ। ਹੁੰਦਾ ਕਿੱਥੇ ਹੈ ਸੁੱਖ? ਇਹਨੂੰ ਪਤਾ ਹੈ ਵੀ ਜਿਹਦੇ ਲਈ ਮੈਂ ਕਰਮ ਕਰ ਰਿਹਾ ਉਹ ਚੀਜ਼ ਕਿੱਥੇ ਹੈ। ਆਪਣੇ ਆਪ ਨੂੰ ਸਹੂਲਤ ਦੇਣ ਲਈ ਵੀ ਮੈਂ ਸੁਖੀ ਰਵਾਂ, ਮੈਂ ਵਧੀਆ ਰਹਾਂ, ਉਹਦੇ ਲਈ ਕੋਈ ਕਰਮ ਕਰਦਾ ਹੈ। ਸਤਿਗੁਰੂ ਕਹਿੰਦੇ ਪਰ ਉਹ ਹੁੰਦਾ ਕਿੱਥੇ ਹੈ ਜਿਹਦੇ ਲਈ ਕਰ ਰਿਹਾ ਹੈ? ਕੱਖ ਉਹਦੀ ਹੋਂਦ ਹੀ ਨਹੀਂ, ਪਰ ਇਹ ਦੌੜ ਰਿਹਾ ਉਸ ਹਿਰਨ ਵਾਂਗ। ਸਤਿਗੁਰੂ ਆਖਦੇ ਨੇ ਭੁਗਤ ਮੁਕਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ। ਇਹ ਮੂਰਖ ਐਸੇ ਪਰਮੇਸ਼ਰ ਨੂੰ ਭੁਲਾ ਰਿਹਾ ਹੈ ਜਿਹੜਾ ਧਨ ਸੰਪਦਾ ਪੈਦਾ ਕਰਨ ਵਾਲਾ ਹੈ। ਜਿਸ ਪਦਾਰਥ ਦੀ ਖਾਤਰ ਇਹ ਪਾਪ ਕਰਦਾ ਹੈ, ਇਹ ਪਦਾਰਥ ਵੀ ਉਹਦੀ ਕੁਦਰਤ ਦਾ ਸਿਰਜਿਆ ਹੋਇਆ ਹੈ। ਉਹਦੀ ਯਾਦ ਨਾਲ ਜੁੜ ਕੇ ਹੀ ਇਸ ਨੇ ਵਿਸ਼ਿਆਂ ਤੋਂ ਮੁਕਤ ਹੋਣਾ ਸੀ। ਭੁਗਤ ਮੁਕਤ ਦਾ ਕਾਰਨ ਹੈ ਜਿਹੜਾ ਬੇਸ ਹੈ, ਉਸ ਨੂੰ ਇਹ ਮੂੜ ਭੁਲਾ ਰਿਹਾ ਹੈ, ਵਿਸਾਰ ਰਿਹਾ। ਹਜ਼ੂਰ ਆਖਦੇ ਨੇ ਜਨ ਨਾਨਕ ਕੋਟਨ ਮੈਂ ਕੋ, ਕੋਈ ਵਿਰਲਾ ਹੈ, ਮਤਲਬ ਇੰਪੋਰਟੈਂਟ ਪਰਸਨ ਹੈ, ਸ੍ਰੇਸ਼ਟ ਪੁਰਖ ਹੈ ਉਹ ਸਭਨਾਂ ਵਿੱਚੋਂ। ਕੌਣ ਭਜਨ ਰਾਮ ਕੋ ਪਾਵੈ, ਜਿਹੜਾ ਉਸ ਸਰਵ ਵਿਆਪਕ ਅਕਾਲ ਪੁਰਖ ਦੀ ਸਿਫਤ ਸਲਾਹ, ਉਸ ਦੀ ਇਬਾਦਤ ਨਾਲ ਜੁੜਦਾ। ਸਾਹਿਬ ਸਤਿਗੁਰੂ ਕਿਰਪਾ ਕਰਨ ਇਹ ਪਾਵਨ ਸ਼ਬਦ ਦਾ ਤਤ ਭਾਵ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਟੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ,
ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।